ਪਿਆਰੇ ਵਿਦਿਆਰਥੀਓ, ਸਵਾਗਤ ਕਰਦਾ ਮੈਂ ਤੁਹਾਡੇ ਆਪਣੇ YouTube ਚੈਨਲ ਮੈਥ ਵਿਦ ਆਰਕੇ ਤੇ ਉਮੀਦ ਕਰਦਾ ਵਿਦਿਆਰਥੀਓ ਤੁਸੀਂ ਸਾਰੇ ਘਰੇ ਵਧੀਆ ਹੋ। ਤਾਂ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਪਣਾ ਚੈਨਲ ਹੈ ਮੈਥ ਵਿਦ ਆਰਕੇ, ਇੱਥੇ ਜਿਹੜੀ ਸਾਇੰਸ ਦੀ ਟੌਪਿਕ ਵਾਈਜ਼ ਟੌਪ 25 MCQ ਕੁਐਸਚਨ ਦੀ ਸੀਰੀਜ਼ ਚੱਲ ਰਹੀ ਹੈ ਅਤੇ ਆਪਾਂ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਆਪਣਾ 6ਵਾਂ ਟੌਪਿਕ ਹੈ ਹੀਟ ਅਤੇ ਟੈਂਪਰੇਚਰ, ਉਹ ਮੈਂ ਲੈ ਕੇ ਹਾਜ਼ਰ ਹੋ ਚੁੱਕਿਆ। ਅਤੇ ਵਿਦਿਆਰਥੀਓ, ਜਿਵੇਂ ਤੁਹਾਨੂੰ ਪਤਾ ਹੀ ਹੈ ਇਹਨਾਂ ਜਿਹੜੀ ਆਪਣੀ ਸੀਰੀਜ਼ ਹੈ ਇਸ ਦੇ ਵਿੱਚ ਜਿਹੜੇ ਮੈਂ ਕੁਐਸਚਨ ਹੈ ਉਹ ਨਾਲ ਦੀ ਨਾਲ ਰਿਵਾਈਜ਼ ਕਰਵਾਉਂਦਾ ਹਾਂ ਅਤੇ ਨਾਲ ਉਹਨਾਂ ਨੂੰ ਐਕਸਪਲੇਨ ਵੀ ਕਰਾਉਂਦਾ ਹਾਂ, ਜਿਸ ਨਾਲ ਜਿਹੜਾ ਆਪਣਾ ਟੌਪਿਕ ਹੈ ਉਹ ਚੰਗੀ ਤਰ੍ਹਾਂ ਜਾਂ ਪੂਰੀ ਤਰ੍ਹਾਂ ਕੰਪਲੀਟ ਹੋ ਜਾਂਦਾ ਹੈ। ਅਤੇ ਹੁਣ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਸ਼ੁਰੂ ਕਰਦੇ ਹਾਂ। ਜਿਹੜਾ ਆਪਣਾ 6ਵਾਂ ਲੈਕਚਰ ਹੈ ਹੀਟ ਅਤੇ ਟੈਂਪਰੇਚਰ, ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਤਾਪ ਅਤੇ ਤਾਪਮਾਨ। ਤਾਂ ਵਿਦਿਆਰਥੀਓ, ਜੇਕਰ ਤੁਹਾਨੂੰ ਲੱਗੇ ਆਹ ਸੀਰੀਜ਼ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਰਹੀ ਹੈ ਤਾਂ ਵਿਦਿਆਰਥੀਓ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਜਿਹੜੇ ਬੱਚੇ ਨਵੇਂ ਜੁੜੇ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਅਤੇ ਵੀਡੀਓ ਥੱਲੇ ਬਣੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਦਿਓ। ਅਤੇ ਵਿਦਿਆਰਥੀਓ, ਅੱਜ ਆਪਾਂ ਕਰਾਂਗੇ ਜੀ ਆਪਣਾ ਟੌਪਿਕ ਹੈ ਜੀ ਹੀਟ ਅਤੇ ਟੈਂਪਰੇਚਰ। ਹੀਟ ਅਤੇ ਟੈਂਪਰੇਚਰ, ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਤਾਪ ਅਤੇ ਤਾਪਮਾਨ। ਠੀਕ ਹੈ ਵਿਦਿਆਰਥੀਓ, ਆਹ ਤੁਹਾਡੇ ETT ਐਗਜ਼ਾਮ ਦੇ ਪੱਖੋਂ ਬਹੁਤ ਹੀ ਜਿਹੜਾ ਮਹੱਤਵਪੂਰਨ ਟੌਪਿਕ ਹੈ, ਕਿਉਂਕਿ ਇਸੇ ਟੌਪਿਕ ਦੇ ਵਿੱਚ ਆਪਾਂ ਵੇਖਾਂਗੇ ਵੀ ਆਪਾਂ ਟੈਂਪਰੇਚਰ ਨੂੰ ਮਾਪਣ ਦੇ ਲਈ ਕਿਹੜੇ ਆਪਾਂ ਜਿਹੜੇ ਸਕੇਲ ਯੂਜ਼ ਕਰਦੇ ਹਾਂ। ਜਿਵੇਂ ਆਪਾਂ ਨੂੰ ਪਤਾ ਹੈ ਸੈਲਸੀਅਸ ਸਕੇਲ ਹੈ, ਫਾਰਨਹਾਈਟ ਸਕੇਲ ਹੈ, ਜਾਂ ਜਿਹੜੇ ਕੈਲਵਿਨ ਸਕੇਲ ਨੇ, ਜਾਂ ਆਪਾਂ ਜਿਹੜੀ ਪੇਪਰ ਦੇ ਵਿੱਚ ਜਿਹੜੀ ਵੈਲਿਊ ਪੁੱਛੀ ਜਾਂਦੀ ਹੈ ਕਨਵਰਜ਼ਨ, ਸੈਲਸੀਅਸ ਨੂੰ ਫਾਰਨਹਾਈਟ ਦੇ ਅੰਦਰ ਬਦਲੋ, ਫਾਰਨਹਾਈਟ ਨੂੰ ਕੈਲਵਿਨ ਦੇ ਅੰਦਰ ਬਦਲੋ, ਅਤੇ ਆਪਾਂ ਸਾਰਾ ਕੁਝ ਸਿੱਖਾਂਗੇ ਅੱਜ ਦੀ ਵੀਡੀਓ ਦੇ ਵਿੱਚ। ਤਾਂ ਵਿਦਿਆਰਥੀਓ, ਮੈਂ 10 ਤੋਂ ਲੈ ਕੇ 12 ਮਿੰਟ ਤੱਕ ਦੇ ਅੰਦਰ ਜਿਹੜਾ ਉਹ ਟੌਪਿਕ ਹੈ ਸਾਰਾ ਤੁਹਾਨੂੰ ਸਮਝਾਵਾਂਗਾ। ਉਸ ਤੋਂ ਬਾਅਦ ਜਿਹੜੇ ਉਸ ਦੇ 25 ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਬਣਦੇ ਨੇ ਉਹ ਆਪਾਂ ਰਿਵਾਈਜ਼ ਕਰਾਂਗੇ। ਅਤੇ ਵਿਦਿਆਰਥੀਓ, ਆਪਾਂ ਸ਼ੁਰੂਆਤ ਕਰਦੇ ਹਾਂ ਚੈਪਟਰ ਦੇ ਸਭ ਤੋਂ ਬੇਸਿਕ ਕੰਸੈਪਟ ਤੋਂ, ਡਿਫਰੈਂਸ ਬਿਟਵੀਨ ਹੀਟ ਅਤੇ ਟੈਂਪਰੇਚਰ। ਠੀਕ ਹੈ ਵਿਦਿਆਰਥੀਓ, ਹੁਣ ਕਈ ਵਿਦਿਆਰਥੀ ਜਿਹੜਾ ਚੈਪਟਰ ਪੂਰਾ ਕੰਪਲੀਟ ਕਰ ਲੈਂਦੇ ਨੇ ਪਰ ਇਹਨਾਂ ਨੂੰ ਉਹ ਵੀ ਨਹੀਂ ਪਤਾ ਹੁੰਦਾ ਵੀ ਜਿਹੜਾ ਹੀਟ ਅਤੇ ਟੈਂਪਰੇਚਰ ਦੇ ਅੰਦਰ ਜਿਹੜਾ ਡਿਫਰੈਂਸ ਕੀ ਹੈ, ਜਾਂ ਮੈਂ ਕਹਿ ਸਕਦਾ ਹਾਂ ਕਈ ਵਿਦਿਆਰਥੀ ਸੋਚਦੇ ਨੇ ਵੀ ਜਿਹੜਾ ਹੀਟ ਅਤੇ ਟੈਂਪਰੇਚਰ ਹੈ ਉਹ ਦੋਵੇਂ ਇੱਕੋ ਹੀ ਗੱਲਾਂ ਨੇ, ਪਰ ਨਹੀਂ ਵਿਦਿਆਰਥੀਓ, ਹੀਟ ਅਤੇ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ। ਹੁਣ ਮੈਂ ਤੁਹਾਨੂੰ ਦੱਸਦਾ ਇਸ ਦੇ ਅੰਦਰ ਕੀ ਡਿਫਰੈਂਸ ਹੈ। ਤਾਂ ਵੇਖੋ ਵਿਦਿਆਰਥੀਓ, ਅਤੇ ਵਿਦਿਆਰਥੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਹੀਟ ਦੀ। ਹੀਟ, ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਤਾਪ। ਠੀਕ ਹੈ ਵਿਦਿਆਰਥੀਓ, ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਆਪਣੇ ਸਟੇਟ ਆਫ ਮੈਟਰ ਹੈ, ਜਾਂ ਆਪਾਂ ਕਹਿੰਦੇ ਹਾਂ ਪਦਾਰਥ ਦੀ ਅਵਸਥਾ ਹੈ, ਉਹ ਹੈ ਜੀ ਸੋਲਿਡ ਫੋਰਮ ਦੇ ਅੰਦਰ, ਜਾਂ ਹੈ ਜੋ ਲਿਕੁਇਡ ਫੋਰਮ ਦੇ ਅੰਦਰ, ਜਾਂ ਹੈ ਜੀ ਉਹ ਗੈਸ ਫੋਰਮ ਦੇ ਅੰਦਰ। ਅਤੇ ਤੁਹਾਨੂੰ ਆਹ ਵੀ ਪਤਾ ਹੈ ਜਿਹੜੀ ਸੋਲਿਡ ਫੋਰਮ ਹੈ, ਲਿਕੁਇਡ ਹੈ ਜਾਂ ਗੈਸ ਹੈ, ਉਹ ਆਪਾਂ ਡਿਫਾਈਨ ਕੀਤੀ ਹੈ ਜਿਹੜੇ ਉਸਦੇ ਮੋਲੀਕੂਲਸ ਨੇ ਉਹ ਕਿੰਨੇ ਟਾਈਟਲੀ ਪੈਕਡ ਨੇ। ਠੀਕ ਹੈ ਜੀ, ਜੇਕਰ ਕੋਈ ਸਬਸਟਾਂਸ ਦੇ ਮੋਲੀਕੂਲ ਟਾਈਟਲੀ ਪੈਕਡ ਨੇ ਤਾਂ ਆਪਾਂ ਉਸਨੂੰ ਕਹਾਂਗੇ ਸੋਲਿਡ ਹੈ ਜੀ, ਥੋੜ੍ਹਾ ਉਸਦੇ ਤੋਂ ਲੂਜ਼ਲੀ ਨੇ ਤਾਂ ਆਪਾਂ ਕਹਾਂਗੇ ਲਿਕੁਇਡ ਹੈ ਜੀ, ਅਤੇ ਲਿਕੁਇਡ ਤੋਂ ਵੀ ਲੂਜ਼ ਨੇ ਤਾਂ ਆਪਾਂ ਉਸਨੂੰ ਕਹਾਂਗੇ ਜੀ ਜਿਹੜੀ ਉਹਦੀ ਸਟੇਟ ਕੀ ਹੈ ਜੀ ਗੈਸ ਹੈ। ਅਤੇ ਆਪਾਂ ਕੀ ਕਰਾਂਗੇ ਇਸੇ ਮਾਧਿਅਮ ਨਾਲ ਸਮਝਦੇ ਹਾਂ ਵੀ ਹੀਟ ਕੀ ਹੈ। ਜੇਕਰ ਮੈਂ ਇੱਕ ਬੀਕਰ ਦੇ ਅੰਦਰ ਲਿਕੁਇਡ ਲੈ ਲਿਆ ਜੀ, ਅਤੇ ਤੁਹਾਨੂੰ ਪਤਾ ਹੈ ਲਿਕੁਇਡ ਦੇ ਅੰਦਰ ਜਿਹੜੇ ਮੋਲੀਕੂਲਸ ਪ੍ਰੈਜ਼ੈਂਟ ਨੇ ਉਹ ਜਿਹੜੇ ਰੈਂਡਮਲੀ ਜਿਹੜੇ ਮੂਵ ਕਰ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਹਰ ਮੋਲੀਕੂਲ ਦੇ ਅੰਦਰ ਥੋੜ੍ਹੀ ਆਪ ਦੀ ਕਾਈਨੈਟਿਕ ਐਨਰਜੀ ਹੁੰਦੀ ਹੈ, ਜਿਸ ਨੂੰ ਆਪਾਂ ਗਤਿਜ ਊਰਜਾ ਕਹਿੰਦੇ ਨੇ। ਤਾਂ ਜਿਹੜੇ ਮੋਲੀਕੂਲਸ ਨੇ ਉਹ ਰੈਗੂਲਰਲੀ ਜਿਹੜੇ ਇੱਧਰ ਉੱਧਰ ਗਤੀ, ਰੈਂਡਮ ਮੋਸ਼ਨ, ਜਾਂ ਆਪਾਂ ਇਸ ਨੂੰ ਕਹਿੰਦੇ ਹਾਂ ਜਿਗਜੈਗ ਮੋਸ਼ਨ। ਠੀਕ ਹੈ ਜੀ, ਜਿਗਜੈਗ ਮੋਸ਼ਨ ਦੇ ਨਾਲ ਜਿਹੜੀ ਗਤੀ ਕਰਦੇ ਰਹਿੰਦੇ ਨੇ, ਅਤੇ ਇਸੇ ਦੀ ਗਤੀ ਨੂੰ ਆਪਾਂ ਕਹਿੰਦੇ ਹਾਂ ਜੀ ਜਿਹੜੀ ਹੀਟ, ਜਾਂ ਆਪਾਂ ਹੀਟ ਦੀ ਡੈਫੀਨੇਸ਼ਨ ਕੀ ਕਵਾਂਗੇ, ਦੀ ਐਨਰਜੀ ਆਫ ਈਚ ਮੋਲੀਕਿਊਲ। ਠੀਕ ਹੈ ਵਿਦਿਆਰਥੀਓ, ਜਿਹੜੀ ਹਰ ਇੱਕ ਮੋਲੀਕੂਲ ਦੇ ਅੰਦਰ ਜਿਹੜੀ ਐਨਰਜੀ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਜੀ ਹੀਟ। ਠੀਕ ਹੈ ਵਿਦਿਆਰਥੀਓ, ਜੇਕਰ ਮੈਂ ਇਸ ਨੂੰ ਥੋੜ੍ਹਾ ਜ਼ਿਆਦਾ ਐਨਰਜੀ ਪ੍ਰੋਵਾਈਡ ਕਰ ਦੇਵਾਂ, ਜਿਵੇਂ ਤੁਹਾਨੂੰ ਵੇਖ ਰਿਹਾ ਪਹਿਲੇ ਬੀਕਰ ਦੇ ਅੰਦਰ ਜਿਹੜੇ ਮੋਲੀਕੂਲ ਨੇ ਉਹ ਥੋੜ੍ਹਾ ਘੱਟ ਜਿਹੜੇ ਮੂਵ ਕਰ ਰਹੇ ਨੇ, ਜੇਕਰ ਮੈਂ ਇਸ ਨੂੰ ਥੋੜ੍ਹੀ ਜਿਹੀ ਹੀਟ ਬਾਹਰੋਂ ਹੀਟ ਪ੍ਰੋਵਾਈਡ ਕਰ ਦੇਵਾਂ ਤਾਂ ਕੀ ਕਰਨਗੇ ਆਹ ਮੋਲੀਕੂਲਸ ਨੇ, ਇਹਨਾਂ ਦੀ ਜਿਹੜੀ ਐਨਰਜੀ ਹੈ ਉਹ ਵੱਧ ਜਾਵੇਗੀ, ਜਾਂ ਆਪਾਂ ਕਹਿ ਸਕਦੇ ਹਾਂ ਜਿਹੜੀ ਇਹਨਾਂ ਦੀ ਕਾਈਨੈਟਿਕ ਐਨਰਜੀ ਹੈ ਉਹ ਇਨਕਰੀਜ਼ ਹੋ ਜਾਏਗੀ। ਤਾਂ ਜਿਵੇਂ ਕਾਈਨੈਟਿਕ ਐਨਰਜੀ ਇਨਕਰੀਜ਼ ਹੋਵੇਗੀ ਤਾਂ ਜਿਹੜੇ ਮੋਲੀਕੂਲਸ ਨੇ ਉਹ ਜਿਹੜੇ ਹੋਰ ਸਪੀਡ ਨਾਲ ਇੱਧਰ ਉੱਧਰ ਮੂਵ ਕਰਨਗੇ, ਅਤੇ ਆਪਾਂ ਕਹਿ ਸਕਦੇ ਹਾਂ ਇਸ ਦੇ ਅੰਦਰ ਜਿਹੜੀ ਕਾਈਨੈਟਿਕ ਐਨਰਜੀ ਹੈ ਉਹ ਵੱਧ ਗਈ ਹੈ। ਠੀਕ ਹੈ ਜੀ, ਤਾਂ ਆਪਾਂ ਇਸੇ ਨੂੰ ਡਿਫਾਈਨ ਕਰਦੇ ਹਾਂ ਹੀਟ।
ਹੀਟ ਇਜ਼ ਦ ਟੋਟਲ ਅਮਾਊਂਟ ਆਫ એનર્ਜੀ ਗਿਵਨ ਬਾਈ ਈਚ ਮੋਲੀਕਿਊਲ। ਠੀਕ ਹੈ ਵਿਦਿਆਰਥੀਓ, ਅਤੇ ਜਿਹੜੇ ਜਿਵੇਂ ਆਪਾਂ ਨੂੰ ਇਸ ਨੂੰ ਇੱਕ ਨਾਂ ਹੋਰ ਵੀ ਦਿੰਦੇ ਹਾਂ, ਉਹ ਕੀ ਨਾਂ ਹੈ ਜੀ, ਦੀ ਡਿਗਰੀ ਆਫ ਹੌਟਨੈਸ ਔਰ ਕੋਲਡਨੈਸ। ਠੀਕ ਹੈ ਵਿਦਿਆਰਥੀਓ, ਹੁਣ ਤੁਹਾਨੂੰ ਪਤਾ ਹੀ ਹੈ ਜੇਕਰ ਕੋਈ ਲਿਕੁਇਡ ਫੋਮ ਹੈ ਜਾਂ ਕੋਈ ਵੀ ਫੋਮ ਹੈ, ਜੇਕਰ ਉਹ ਹੌਟ ਹੈ ਤਾਂ ਉਹਦੇ ਅੰਦਰ ਜਿਹੜੀ ਮੋਲੀਕੂਲ ਦੀ ਕਾਈਨੈਟਿਕ ਐਨਰਜੀ ਹੈ ਉਹ ਜ਼ਿਆਦਾ ਹੋਏਗੀ। ਠੀਕ ਹੈ ਵਿਦਿਆਰਥੀਓ, ਜੇਕਰ ਕੋਈ ਸਬਸਟਾਂਸ ਹੌਟ ਹੈ ਤਾਂ ਉਸ ਜਿਹੜੀ ਕਾਈਨੈਟਿਕ ਐਨਰਜੀ ਹੈ ਮੋਲੀਕੂਲਸ ਦੀ ਉਹ ਜ਼ਿਆਦਾ ਹੋਏਗੀ। ਠੀਕ ਹੈ ਵਿਦਿਆਰਥੀਓ, ਜੇਕਰ ਮੈਂ ਉਸ ਦੀ ਕਾਈਨੈਟਿਕ ਐਨਰਜੀ ਕਮ ਕਰ ਦੇਵਾਂ, ਠੀਕ ਹੈ, ਤਾਂ ਉਹ ਜਿਹੜੀ ਆਬਜੈਕਟ ਹੈ ਜਾਂ ਜਿਹੜੀ ਸਬਸਟਾਂਸ ਹੈ ਉਹ ਥੋੜ੍ਹਾ ਕੋਲਡ ਅਵਸਥਾ ਵਿੱਚ ਆ ਜਾਵੇਗਾ। ਤਾਂ ਠੀਕ ਹੈ ਵਿਦਿਆਰਥੀਓ, ਇਸ ਨੂੰ ਆਪਾਂ ਡਿਫਾਈਨ ਕਰਦੇ ਹਾਂ ਬਾਈ ਹੀਟ, ਕਿਉਂਕਿ ਆਪਾਂ ਨੂੰ ਹੀਟ ਹੀ ਦੱਸਦੀ ਹੈ ਵੀ ਕੋਈ ਵਸਤੂ ਹੈ ਜਾਂ ਕੋਈ ਸਬਸਟਾਂਸ ਹੈ ਉਹ ਕੋਲਡ ਹੈ ਜਾਂ ਹੀਟ ਹੈ। ਅਤੇ ਠੀਕ ਹੈ ਵਿਦਿਆਰਥੀਓ, ਤਾਂ ਆਪਾਂ ਕੀ ਕਹਾਂਗੇ, ਹੀਟ ਇਜ਼ ਦੀ ਡਿਗਰੀ ਆਫ ਹੌਟਨੈਸ ਐਂਡ ਕੋਲਡਨੈਸ। ਤਾਂ ਵਿਦਿਆਰਥੀਓ ਹੁਣ ਆਪਾਂ ਪੜ੍ਹਾਂਗੇ ਟੈਂਪਰੇਚਰ। ਠੀਕ ਹੈ ਵਿਦਿਆਰਥੀਓ, ਟੈਂਪਰੇਚਰ ਜਾਂ ਆਪਾਂ ਇਸ ਨੂੰ ਕਹਿੰਦੇ ਹਾਂ ਜੀ ਤਾਪਮਾਨ। ਵੈਸੇ ਵਿਦਿਆਰਥੀਓ ਨਾਂ ਤੋਂ ਹੀ ਕਲੀਅਰ ਹੋ ਰਿਹਾ ਹੈ, ਜੇਕਰ ਆਪਾਂ ਤਾਪ ਦਾ ਮਾਨ ਕੱਢਾਂਗੇ ਤਾਂ ਉਸ ਨੂੰ ਕਹਿੰਦੇ ਹਾਂ ਜੀ ਤਾਪਮਾਨ। ਜਾਂ ਆਪਾਂ ਵੇਖੋ ਗੱਲ ਕਰੀਏ, ਆਪਾਂ ਹੁਣੇ ਪੜ੍ਹਿਆ ਵੀ ਹਰ ਜਿਹੜਾ ਸਬਸਟਾਂਸ ਹੈ ਉਸ ਦੀ ਇੱਕ ਸਟੇਟ ਹੁੰਦੀ ਹੈ, ਅਤੇ ਹਰ ਦੀ ਉਸ ਦੀ ਸਟੇਟ ਹੈ ਡਿਪੈਂਡ ਕਰਦੀ ਹੈ ਜੀ ਜਿਹੜੀ ਉਹਦੇ ਮੋਲੀਕੂਲਸ ਨੇ। ਠੀਕ ਹੈ, ਆਪਾਂ ਹੁਣੇ ਪੜ੍ਹਿਆ ਵੀ ਜਿਹੜੀ ਇਹਨਾਂ ਮੋਲੀਕੂਲਸ ਦੀ ਐਨਰਜੀ ਨੂੰ ਆਪਾਂ ਕਹਿੰਦੇ ਹਾਂ ਜੀ ਹੀਟ। ਜੇਕਰ ਆਪਾਂ ਇਹਨਾਂ ਦੀ ਐਨਰਜੀ ਫਾਈਂਡ ਕਰਾਂਗੇ ਜਾਂ ਆਪਾਂ ਇਹਨਾਂ ਦੀ ਐਨਰਜੀ ਮਾਪਾਂਗੇ ਤਾਂ ਉਸ ਨੂੰ ਕਹਿੰਦੇ ਹਾਂ ਜੀ ਆਪਾਂ ਤਾਪਮਾਨ। ਤਾਂ ਵੇਖੋ ਇਹਦੀ ਡੈਫੀਨੇਸ਼ਨ ਕੀ ਹੈ, ਦੀ ਐਵਰੇਜ ਕਾਈਨੈਟਿਕ ਐਨਰਜੀ ਆਫ ਮੋਲੀਕਿਊਲਸ। ਠੀਕ ਹੈ ਵਿਦਿਆਰਥੀਓ, ਜਿਹੜੇ ਅਣੂ ਨੇ ਪਾਣੀ ਦੇ ਅੰਦਰ ਮੌਜੂਦ, ਜੇਕਰ ਆਪਾਂ ਇਹਨਾਂ ਦੀ ਐਵਰੇਜ ਕਾਈਨੈਟਿਕ ਐਨਰਜੀ ਕੱਢਾਂਗੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਜੀ ਟੈਂਪਰੇਚਰ। ਠੀਕ ਹੈ ਵਿਦਿਆਰਥੀਓ, ਤਾਂ ਇਸ ਤਰ੍ਹਾਂ ਆਪਾਂ ਵੇਖਿਆ ਹੀਟ ਅਤੇ ਟੈਂਪਰੇਚਰ ਦੀ ਡੈਫੀਨੇਸ਼ਨ ਕਿਵੇਂ ਅਲੱਗ-ਅਲੱਗ ਹਨ। ਠੀਕ ਹੈ ਵਿਦਿਆਰਥੀਓ, ਹੁਣ ਆਪਾਂ ਕੁਝ ਹੋਰ ਜਿਹੜੇ ਬੇਸਿਕ ਡਿਫਰੈਂਸ ਨੇ ਉਹਨਾਂ ਦੀ ਗੱਲ ਕਰਾਂਗੇ। ਜੇਕਰ ਆਪਾਂ ਗੱਲ ਕਰੀਏ ਹੀਟ ਦੀ ਵਿਦਿਆਰਥੀਓ, ਤਾਂ ਹੀਟ ਕੀ ਹੈ ਜੀ, ਇੱਕ ਫੋਮ ਆਫ ਐਨਰਜੀ ਹੈ, ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਹਾਈ ਟੈਂਪਰੇਚਰ ਟੂ ਲੋ ਟੈਂਪਰੇਚਰ ਜਿਹੜੀ ਉਹ ਬਦਲਦੀ ਹੈ। ਠੀਕ ਹੈ, ਜਾਂ ਆਪਾਂ ਕਹਿ ਸਕੀਏ ਟਰੈਵਲ ਕਰਦੀ ਹੈ। ਠੀਕ ਹੈ ਵਿਦਿਆਰਥੀਓ, ਜਾਂ ਆਪਾਂ ਕਹਿੰਦੇ ਹਾਂ ਜੀ ਉੱਚ ਤਾਪਮਾਨ ਤੋਂ ਨਿਮਨ ਤਾਪਮਾਨ ਵੱਲ ਜਿਹੜੀ ਉਹ ਸਥਾਨਾਂਤਰਨ ਕਰਦੀ ਹੈ। ਜੇਕਰ ਮੈਂ ਗੱਲ ਕਰਾਂ ਟੈਂਪਰੇਚਰ ਦੀ, ਤਾਂ ਟੈਂਪਰੇਚਰ ਦੇ ਕੇਸ ਦੇ ਅੰਦਰ ਕੀ ਹੈ, ਜਿਵੇਂ ਆਪਾਂ ਟੈਂਪਰੇਚਰ ਵਧਾਵਾਂਗੇ ਤਾਂ ਜਿਹੜੀ ਉਹ ਸਬਸਟਾਂਸ ਹੈ ਉਹ ਜ਼ਿਆਦਾ ਜਿਹੜਾ ਹੌਟ ਹੁੰਦਾ ਜਾਏਗਾ। ਠੀਕ ਹੈ, ਆਪਾਂ ਉਹਨੂੰ ਕਹਿੰਦੇ ਹਾਂ ਵੀ ਗਰਮ ਹੁੰਦਾ ਜਾਏਗਾ। ਜੇਕਰ ਆਪਾਂ ਇਸਦਾ ਟੈਂਪਰੇਚਰ ਘੱਟ ਕਰਦੇ ਜਾਵਾਂਗੇ ਤਾਂ ਜਿਹੜੀ ਵਸਤੂ ਜਾਂ ਸਬਸਟਾਂਸ ਹੈ ਉਹ ਕੋਲਡ ਹੁੰਦਾ ਜਾਏਗਾ। ਠੀਕ ਹੈ ਵਿਦਿਆਰਥੀਓ, ਜੇਕਰ ਆਪਾਂ ਇਸ ਤੋਂ ਹੋਰ ਡੈਫੀਨੇਸ਼ਨ ਜਾਂ ਹੋਰ ਜਿਹੜੀ ਡਿਫਰੈਂਸ ਦੀ ਗੱਲ ਕਰੀਏ ਤਾਂ ਉਹ ਹੈ ਜੀ ਜਿਹੜੀ ਹੀਟ ਹੈ ਉਸ 'ਚ ਜਿਹੜੀ SI ਇਕਾਈ ਹੈ ਉਹ ਹੈ ਜੀ ਆਪਣੀ ਜੂਲ। ਠੀਕ ਹੈ ਵਿਦਿਆਰਥੀਓ, ਕਿਉਂਕਿ ਆਪਾਂ ਪੜ੍ਹਿਆ ਜਿਹੜੀ ਹੀਟ ਹੈ ਇੱਕ ਫੋਮ ਆਫ ਐਨਰਜੀ ਹੈ, ਅਤੇ ਹਰ ਇੱਕ ਐਨਰਜੀ ਦੀ ਜਿਹੜੀ SI ਇਕਾਈ ਕੀ ਹੁੰਦੀ ਹੈ ਜੀ, ਜੂਲ। ਜੇਕਰ ਮੈਂ ਗੱਲ ਕਰਾਂ ਟੈਂਪਰੇਚਰ ਦੀ, ਤਾਂ ਟੈਂਪਰੇਚਰ ਨੂੰ ਮਾਪਣ ਦੇ ਲਈ ਜਿਹੜੇ ਆਪਾਂ 3 ਸਕੇਲ ਵਰਤੇ ਹਾਂ, ਇੱਕ ਹੈ ਜੀ ਸੈਲਸੀਅਸ ਸਕੇਲ, ਇੱਕ ਹੈ ਜੀ ਫਾਰਨਾਈਟ ਸਕੇਲ, ਇੱਕ ਹੈ ਜੀ ਕੈਲਵਿਨ ਸਕੇਲ। ਪਰੰਤੂ ਜਿਹੜੀ ਟੈਂਪਰੇਚਰ ਦੀ SI ਯੂਨਿਟ ਹੈ ਉਹ ਹੈ ਜੀ ਕੈਲਵਿਨ। ਤਾਂ ਤੁਸੀਂ ਨੋਟ ਕਰ ਲਓ, ਦੀ SI ਯੂਨਿਟ ਆਫ ਟੈਂਪਰੇਚਰ ਇਜ਼ ਕਾਲਡ ਕੈਲਵਿਨ। ਠੀਕ ਹੈ ਵਿਦਿਆਰਥੀਓ, ਅਤੇ ਹੀਟ ਦੀ ਜਿਹੜੀ SI ਇਕਾਈ ਕੀ ਹੈ ਜੀ ਜੂਲ, ਅਤੇ ਟੈਂਪਰੇਚਰ ਦੀ ਹੈ ਜੀ ਕੈਲਵਿਨ। ਤਾਂ ਵਿਦਿਆਰਥੀ ਹੁਣ ਆਪਾਂ ਚੱਲਦੇ ਹਾਂ ਅੱਜ ਦੇ ਚੈਪਟਰ ਦੇ ਸਭ ਤੋਂ ਮਹੱਤਵਪੂਰਨ ਭਾਗ 'ਤੇ, ਉਹ ਹੈ ਜੀ ਟੈਂਪਰੇਚਰ ਨੂੰ ਮਾਪਣਾ। ਠੀਕ ਹੈ ਵਿਦਿਆਰਥੀਓ, ਟੈਂਪਰੇਚਰ ਨੂੰ ਮਾਪਣਾ, ਅਤੇ ਟੈਂਪਰੇਚਰ ਨੂੰ ਮਾਪਣ ਦੇ ਲਈ ਆਪਾਂ ਯੂਜ਼ ਕਰਦੇ ਹਾਂ ਜੀ ਤਾਪਮਾਪੀ ਦਾ, ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਥਰਮੋਮੀਟਰ। ਠੀਕ ਹੈ ਵਿਦਿਆਰਥੀਓ, ਤਾਂ ਥਰਮੋਮੀਟਰ ਦਾ ਪ੍ਰਯੋਗ ਕਰਕੇ ਆਪਾਂ ਟੈਂਪਰੇਚਰ ਨੂੰ ਮਾਪ ਸਕਦੇ ਹਾਂ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਜਦੋਂ ਕਿਸੇ ਵਿਅਕਤੀ ਨੂੰ ਬੁਖਾਰ ਚੜ੍ਹਦੀ ਹੈ ਤਾਂ ਆਪਾਂ ਡਾਕਟਰ ਨੂੰ ਲੈ ਕੇ ਆਉਂਦੇ ਹਾਂ, ਅਤੇ ਡਾਕਟਰ ਦੇ ਕੋਲ ਇੱਕ ਥਰਮਾਮੀਟਰ ਹੁੰਦਾ ਹੈ। ਉਹ ਥਰਮਾਮੀਟਰ ਰਾਹੀਂ ਉਹ ਚੈੱਕ ਕਰਦਾ ਹੈ ਵੀ ਕਿਸੇ ਵਿਅਕਤੀ ਦਾ ਤਾਪਮਾਨ ਜਿਹੜਾ ਉਹ ਕਿੰਨਾ ਵਧਿਆ ਹੈ ਜਾਂ ਉਹ ਕਿੰਨਾ ਘਟਿਆ ਹੈ ਜਾਂ ਨੋਰਮਲ ਹੈ। ਠੀਕ ਹੈ ਜੀ, ਅਤੇ ਟੈਂਪਰੇਚਰ ਨੂੰ ਮਾਪਣ ਦੇ ਲਈ ਥਰਮੋਮੀਟਰ ਦਾ ਯੂਜ਼ ਕਰਦੇ ਹਾਂ। ਅਤੇ ਹੁਣ ਸਭ ਤੋਂ ਇੰਪੋਰਟੈਂਟ ਗੱਲ ਹੈ ਵਿਦਿਆਰਥੀਓ, ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਸਾਰਿਆਂ ਨੇ ਥਰਮਾਮੀਟਰ ਵੇਖਿਆ ਹੋਣਾ। ਠੀਕ ਹੈ ਵਿਦਿਆਰਥੀਓ, ਜੇਕਰ ਮੈਂ ਗੱਲ ਕਰਾਂ ਥਰਮਾਮੀਟਰ ਦੀ, ਤਾਂ ਤੁਹਾਨੂੰ ਪਤਾ ਹੈ ਜਿਹੜਾ ਥਰਮਾਮੀਟਰ ਹੈ
ਉਸ ਦੇ ਅੰਦਰ ਇੱਕ ਲਿਕੁਇਡ ਭਰਿਆ ਜਾਂਦਾ ਹੈ ਜਿਹੜਾ ਕਿ ਆਪਾਂ ਨੂੰ ਦੱਸਦਾ ਹੈ ਜਿਹੜਾ ਟੈਂਪਰੇਚਰ ਹੈ ਉਹ ਕਿੰਨਾ ਰੇਜ਼ ਹੋਇਆ ਹੈ ਜਾਂ ਕਿੰਨਾ ਉਹ ਡਿਕਰੀਜ਼ ਹੋਇਆ ਹੈ। ਠੀਕ ਹੈ, ਹੁਣ ਤੁਸੀਂ ਸੋਚਦੇ ਹੋਵੇਗੀ ਆ ਜਿਹੜਾ ਲਿਕੁਇਡ ਹੈ ਉਸ ਦੀ ਕੀ ਕੰਡੀਸ਼ਨਾਂ ਹੈ, ਜਾਂ ਆਪਾਂ ਸੋਚ ਸਕਦੇ ਹਾਂ ਜਿਹੜਾ ਲਿਕੁਇਡ ਹੈ ਉਹ ਆਪਾਂ ਹਮੇਸ਼ਾ ਪਾਰਾ ਯੂਜ਼ ਕਰਦੇ ਹਾਂ। ਆਪਾਂ ਪਾਰਾ ਹੀ ਕਿਉਂ ਯੂਜ਼ ਕਰਦੇ ਹਾਂ, ਬਾਕੀ ਕੋਈ ਹੋਰ ਲਿਕੁਇਡ ਕਿਉਂ ਨਹੀਂ ਯੂਜ਼ ਕਰਦੇ? ਤਾਂ ਮੈਂ ਦੱਸਣਾ ਤੁਹਾਨੂੰ ਵਿਦਿਆਰਥੀਓ ਉਸ ਦਾ ਆਨਸਰ ਕੀ ਹੈ। ਤਾਂ ਵੇਖੋ, ਤਾਂ ਥਰਮਾਮੀਟਰ ਦੇ ਅੰਦਰ ਉਹ ਜਿਹੜਾ ਲਿਕੁਇਡ ਯੂਜ਼ ਕੀਤਾ ਜਾਂਦਾ ਹੈ ਜਿਸ ਨੂੰ ਆਪਾਂ ਜੇਕਰ ਥੋੜ੍ਹੀ ਜਿਹੀ એનર્ਜੀ ਦਈਏ, ਠੀਕ ਹੈ, ਜੇਕਰ ਆਪਾਂ ਉਸ ਨੂੰ ਥੋੜ੍ਹੀ ਜਿਹੀ એનર્ਜੀ ਦਈਏ ਤਾਂ ਉਹ ਕੀ ਹੋ ਜਾਂਦਾ ਹੈ ਜੀ, ਐਕਸਪੈਂਡ। ਠੀਕ ਹੈ, ਥੋੜ੍ਹੀ ਜਿਹੀ એનર્ਜੀ ਦੇਣ ਤੋਂ ਬਾਅਦ ਜਿਹੜਾ ਲਿਕੁਇਡ ਐਕਸਪੈਂਡ ਹੋ ਜੇ, ਆਪਾਂ ਉਹ ਜਿਹੜਾ ਲਿਕੁਇਡ ਯੂਜ਼ ਕਰਦੇ ਹਾਂ ਤਾਂ ਉਸ ਕੰਡੀਸ਼ਨ ਨੂੰ ਫੋਲੋ ਕਰਦਾ ਜੀ ਆਪਣਾ ਪਾਰਾ। ਕਿਉਂਕਿ ਜਿਹੜਾ ਪਾਰਾ ਹੈ ਆਪਾਂ ਜੇਕਰ ਇਸ ਨੂੰ ਥੋੜ੍ਹੀ ਜਿਹੀ એનર્ਜੀ ਦੇਵਾਂਗੇ ਤਾਂ, ਜਾਂ ਆਪਾਂ ਗੱਲ ਕਰੀਏ ਜੇ ਥੋੜ੍ਹਾ ਜਿਹਾ ਟੈਂਪਰੇਚਰ ਵਧਾਵਾਂਗੇ ਤਾਂ ਜਿਹੜਾ ਪਾਰਾ ਹੈ ਉਹ ਐਕਸਪੈਂਡ ਕਰ ਜਾਏਗਾ ਅਤੇ ਆਪਾਂ ਨੂੰ ਜਿਹੜੀ ਸਹੀ ਵੈਲਿਊ ਦੱਸ ਦੇਗਾ। ਅਤੇ ਜਿਹੜਾ ਪਾਰਾ ਹੈ ਉਹ ਆਪਾਂ ਯੂਜ਼ ਕਰਦੇ ਹਾਂ ਜੀ -40 ਡਿਗਰੀ ਸੈਲਸੀਅਸ ਤੋਂ ਲੈ ਕੇ 350 ਡਿਗਰੀ ਸੈਲਸੀਅਸ ਤੱਕ। ਠੀਕ ਹੈ ਵਿਦਿਆਰਥੀਓ, ਜਦੋਂ ਆਪਾਂ ਕੋਈ ਤਾਪਮਾਨ ਮਾਪਣਾ ਹੈ -40 ਤੋਂ ਲੈ ਕੇ 350 ਤੱਕ ਤਾਂ ਆਪਾਂ ਕੀ ਯੂਜ਼ ਕਰਦੇ ਹਾਂ ਜੀ, ਪਾਰਾ, ਜਾਂ ਆਪਾਂ ਇਸ ਨੂੰ ਕਹਿੰਦੇ ਹਾਂ ਜੀ ਮਰਕਰੀ। ਜੇਕਰ ਆਪਾਂ -40 ਤੋਂ ਘੱਟ ਯੂਜ਼ ਕਰਾਂਗੇ ਤਾਂ ਜਿਹੜਾ ਪਾਰਾ ਹੈ ਉਹ ਜੰਮ ਜਾਵੇਗਾ, ਤਾਂ ਆਪਾਂ -40 ਤੋਂ ਘੱਟ ਦੇ ਲਈ ਕੀ ਯੂਜ਼ ਕਰਦੇ ਹਾਂ ਜੀ, ਅਲਕੋਹਲ। ਆਹ ਤੁਸੀਂ ਨੋਟ ਕਰ ਲਓ। ਠੀਕ ਹੈ ਵਿਦਿਆਰਥੀਓ, ਅਲਕੋਹਲ। -40 ਤੋਂ ਘੱਟ ਤਾਪਮਾਨ ਵੱਲ ਦੇਖਣ ਲਈ ਆਪਾਂ ਯੂਜ਼ ਕਰਦੇ ਹਾਂ ਜੀ ਲਿਕੁਇਡ ਦਾ ਅਲਕੋਹਲ। ਠੀਕ ਹੈ ਵਿਦਿਆਰਥੀਓ, ਆਹ ਤਾਂ ਹੋ ਗਈ ਜੀ ਗੱਲਾਂ ਲਿਕੁਇਡ ਥਰਮਾਮੀਟਰ ਦੀ। ਠੀਕ ਹੈ ਜੀ, ਆਪਾਂ ਪਾਰਾ ਹੀ ਕਿਉਂ ਯੂਜ਼ ਕਰਦੇ ਹਾਂ। ਹੁਣ ਆਪਾਂ ਸਮਝਦੇ ਹਾਂ ਜਿਹੜਾ ਤਾਪਮਾਨ ਹੈ ਉਸ ਨੂੰ ਆਪਾਂ ਹੋਰ ਕਿਵੇਂ ਮਾਪ ਸਕਦੇ ਹਾਂ। ਤਾਂ ਉਸ ਨੂੰ ਮਾਪਣ ਦੇ ਲਈ ਜਿਹੜੇ 3 ਸਕੇਲ ਬਣੇ ਨੇ, ਇੱਕ ਹੈ ਜੀ ਸੈਲਸੀਅਸ ਸਕੇਲ, ਇੱਕ ਹੈ ਜੀ ਫਾਰਨਾਈਟ ਸਕੇਲ, ਇੱਕ ਹੈ ਜੀ ਕੈਲਵਿਨ ਸਕੇਲ। ਤਾਂ ਵਿਦਿਆਰਥੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਸੈਲਸੀਅਸ ਸਕੇਲ ਦੀ। ਠੀਕ ਹੈ ਜੀ, ਸੈਲਸੀਅਸ ਸਕੇਲ ਦੀ, ਅਤੇ ਆਪਾਂ ਸੈਲਸੀਅਸ ਸਕੇਲ ਨੂੰ ਲਿਖਦੇ ਹਾਂ ਜੀ ਡਿਗਰੀ ਸੈਲਸੀਅਸ ਦੇ ਅੰਦਰ। ਠੀਕ ਹੈ ਵਿਦਿਆਰਥੀਓ, ਜਿਹੜਾ ਵੀ ਕੋਈ ਸਕੇਲ ਹੈ ਉਹ ਦੋ ਗੱਲਾਂ 'ਤੇ ਡਿਪੈਂਡ ਕਰਦਾ ਹੈ। ਉਹ ਕੀ ਕਰਦਾ ਹੈ, ਪਾਣੀ ਨੂੰ ਲੈ ਕੇ ਚੱਲਦਾ ਹੈ। ਉਹ ਦੋ ਗੱਲਾਂ ਕਿਹੜੀਆਂ ਨੇ, ਤੁਸੀਂ ਨਾਲ ਨਾਲ ਨੋਟ ਕਰਦੇ ਰਹੋ ਵਿਦਿਆਰਥੀਓ, ਕਿਉਂਕਿ ਬਹੁਤ ਹੀ ਮਹੱਤਵਪੂਰਨ ਕਨਸੈਪਟ ਹੈ। ਠੀਕ ਹੈ ਜੀ, ਤੋਂ ਮਾਪਣ ਵਾਲਾ ਦੋ ਗੱਲਾਂ 'ਤੇ ਧਿਆਨ ਦੇਵੇਗਾ। ਉਹ ਜੇਕਰ ਜਿਸ ਪੁਆਇੰਟ 'ਤੇ ਜਿਹੜਾ ਪਾਣੀ ਜੰਮਦਾ ਹੈ, ਇੱਕ ਪੁਆਇੰਟ ਆ ਹੈ ਜੀ, ਦੂਜਾ ਜਿਸ ਪੁਆਇੰਟ 'ਤੇ ਪਾਣੀ ਉਬਲਣਾ ਸ਼ੁਰੂ ਹੁੰਦਾ ਹੈ, ਇੱਕ ਪੁਆਇੰਟ ਆ ਜੀ। ਠੀਕ ਹੈ, ਜਿਸ ਬਿੰਦੂ 'ਤੇ ਪਾਣੀ ਜੰਮ ਗਿਆ ਜਾਂ ਜਿਸ ਪੁਆਇੰਟ 'ਤੇ ਪਾਣੀ ਜੰਮ ਗਿਆ ਉਸ ਨੂੰ ਆਪਾਂ ਕਹਿੰਦੇ ਹਾਂ ਫਰੀਜ਼ਿੰਗ ਪੁਆਇੰਟ, ਅਤੇ ਉਹ ਕੀ ਹੁੰਦਾ ਹੈ ਜੀ 0 ਡਿਗਰੀ ਸੈਲਸੀਅਸ। ਠੀਕ ਹੈ ਵਿਦਿਆਰਥੀਓ, ਅਤੇ ਆਪਾਂ ਕਹਿ ਸਕਦੇ ਹਾਂ ਜਿਹੜਾ ਸੈਲਸੀਅਸ ਸਕੇਲ ਹੈ ਉਸ ਦਾ ਸਭ ਤੋਂ ਨਿਮਨ ਪੁਆਇੰਟ ਕਿਹੜਾ ਹੈ, ਜਾਂ ਜਿਹੜਾ ਨੀਚ ਬਿੰਦੂ ਕੀ ਹੈ, ਨਿਮਨ ਬਿੰਦੂ ਕੀ ਹੈ ਜੀ 0 ਡਿਗਰੀ ਸੈਲਸੀਅਸ। ਜੇਕਰ ਮੈਂ ਗੱਲ ਕਰਾਂ ਹਾਈਐਸਟ ਦੀ, ਤਾਂ ਜਿਸ ਡਿਗਰੀ 'ਤੇ ਪਾਣੀ ਉਬਲਦਾ ਹੈ ਉਹ ਕੀ ਹੈ ਜੀ 100 ਡਿਗਰੀ ਸੈਲਸੀਅਸ। ਠੀਕ ਹੈ, ਕਿਉਂਕਿ 100 ਡਿਗਰੀ ਸੈਲਸੀਅਸ 'ਤੇ ਜਿਹੜਾ ਪਾਣੀ ਹੈ ਉਬਲਣਾ ਸ਼ੁਰੂ ਕਰ ਦਿੰਦਾ ਹੈ, ਤਾਂ 100 ਡਿਗਰੀ ਸੈਲਸੀਅਸ ਕੀ ਹੈ ਜੀ ਸੈਲਸੀਅਸ ਸਕੇਲ ਦਾ ਉੱਚ ਬਿੰਦੂ। ਠੀਕ ਹੈ ਵਿਦਿਆਰਥੀਓ, ਤਾਂ ਤੁਹਾਨੂੰ ਸਮਝ ਲੱਗ ਗਈ ਹੋਣੀ। ਦੁਬਾਰਾ ਵੇਖ ਲਓ, ਜਿਹੜਾ ਸੈਲਸੀਅਸ ਸਕੇਲ ਹੈ, ਠੀਕ ਹੈ ਜੀ, ਤਾਂ ਉਸ ਦਾ ਉੱਚ ਬਿੰਦੂ ਕੀ ਹੈ ਜੀ, ਉੱਚ ਬਿੰਦੂ ਹੈ ਜੀ 100 ਡਿਗਰੀ ਸੈਲਸੀਅਸ, ਅਤੇ ਨਿਮਨ ਬਿੰਦੂ ਕੀ ਹੈ ਜੀ 0 ਡਿਗਰੀ ਸੈਲਸੀਅਸ। ਠੀਕ ਹੈ, ਕਿਉਂਕਿ 0 ਤੋਂ ਬਾਅਦ 100 ਤੱਕ ਜਿਹੜੇ ਛੋਟੇ ਛੋਟੇ 100 ਪੈਮਾਨੇ ਬਣੇ ਹੁੰਦੇ ਨੇ, ਤਾਂ ਉਸੇ ਰਾਹੀਂ ਆਪਾਂ ਜਿਹੜਾ ਮਾਪਦੇ ਹਾਂ ਟੈਂਪਰੇਚਰ ਸੈਲਸੀਅਸ ਸਕੇਲ ਦੇ ਅੰਦਰ। ਜੇਕਰ ਮੈਂ ਗੱਲ ਕਰਾਂ ਇਸ ਦੇ ਰੇਂਜ ਦੀ, ਤਾਂ ਆਪਾਂ ਰੇਂਜ ਕਿਵੇਂ ਕੱਢਾਂਗੇ, ਉੱਚ ਤਾਪਮਾਨ ਵਿੱਚੋਂ ਨਿਮਨ ਘਟਾ ਕੇ ਉਸ ਦੀ ਰੇਂਜ ਆ ਜਾਂਦੀ ਹੈ। ਤਾਂ 100 ਦੇ ਵਿੱਚੋਂ 0 ਗਏ, ਕਿੰਨੇ ਆ ਗਏ ਜੀ 100 ਡਿਗਰੀ ਸੈਲਸੀਅਸ ਜਾਂ 100 ਡਿਗਰੀ। ਤਾਂ ਸੈਲਸੀਅਸ ਸਕੇਲ ਦੀ ਰੇਂਜ ਕਿੰਨੀ ਹੋ ਗਈ ਜੀ 100 ਡਿਗਰੀ। ਅਤੇ ਵਿਦਿਆਰਥੀ ਹੁਣ ਆਪਾਂ ਪੜ੍ਹਾਂਗੇ ਫਾਰਨਹਾਈਟ ਸਕੇਲ, ਫਾਰਨਹਾਈਟ ਸਕੇਲ। ਠੀਕ ਹੈ ਵਿਦਿਆਰਥੀਓ, ਜਿਸ ਨੂੰ ਆਪਾਂ ਮਾਪਦੇ ਹਾਂ ਜੀ ਡਿਗਰੀ ਫਾਰਨਹਾਈਟ ਦੇ ਅੰਦਰ। ਤਾਂ ਇੱਕ ਗੱਲ ਤੁਸੀਂ ਵਿਦਿਆਰਥੀਓ ਨੋਟ ਕਰ ਲਓ, ਜਿਹੜੇ ਡਾਕਟਰ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਯੂਜ਼ ਕਰਦੇ ਨੇ ਉਹ ਕਿਹੜਾ ਥਰਮਾਮੀਟਰ ਹੁੰਦਾ ਜੀ, ਫਾਰਨਹਾਈਟ ਸਕੇਲ ਵਾਲਾ ਥਰਮਾਮੀਟਰ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਦੀ ਰੇਂਜ ਕਿੰਨੀ ਹੈ, ਜਾਂ ਆਪਾਂ ਗੱਲ ਕਰਾਂਗੇ ਇਸ ਦਾ ਲੋਐਸਟ ਪੁਆਇੰਟ ਅਤੇ ਹਾਈਐਸਟ ਪੁਆਇੰਟ ਕੀ ਹੈ। ਤਾਂ ਵੇਖੋ, ਜਿਵੇਂ ਆਪਾਂ ਸੈਲਸੀਅਸ ਸਕੇਲ ਦੇ ਅੰਦਰ ਪੜ੍ਹਿਆ ਸੀ, ਜਿੱਥੇ ਪਾਣੀ ਜੰਮਣਾ ਸ਼ੁਰੂ ਹੁੰਦਾ ਹੈ ਉਹ ਉਸ ਦਾ ਲੋਐਸਟ ਪੁਆਇੰਟ, ਜਿੱਥੇ ਪਾਣੀ ਉਬਲਣਾ ਸ਼ੁਰੂ ਹੋ ਜਾਂਦਾ ਹੈ ਉਹ ਉਸ ਦਾ ਹਾਈਐਸਟ ਪੁਆਇੰਟ। ਤਾਂ ਜੇਕਰ ਆਪਾਂ ਗੱਲ ਕਰੀਏ ਫਾਰਨਹਾਈਟ ਸਕੇਲ ਦੇ ਅੰਦਰ, ਤਾਂ 32 ਡਿਗਰੀ ਫਾਰਨਹਾਈਟ ਦੇ ਅੰਦਰ ਜਿਹੜਾ ਪਾਣੀ ਹੈ ਉਹ
ਜੰਮਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਫਾਰਨਹਾਈਟ ਸਕੇਲ ਦਾ ਨਿਮਨ ਬਿੰਦੂ ਕੀ ਹੈ ਜੀ, ਜਾਂ ਆਪਾਂ ਕਹਿ ਸਕਦੇ ਹਾਂ ਲੋਐਸਟ ਪੁਆਇੰਟ ਕੀ ਹੈ ਜੀ, ਉਹ ਹੈ 32 ਡਿਗਰੀ। ਜੇਕਰ ਮੈਂ ਗੱਲ ਕਰਾਂ ਇਸ ਦੇ ਹਾਈਐਸਟ ਪੁਆਇੰਟ ਦੀ, ਤਾਂ ਉਹ ਹੈ ਜੀ ਆਪਣਾ 212 ਡਿਗਰੀ ਫਾਰਨਹਾਈਟ। ਅਤੇ 212 ਡਿਗਰੀ ਫਾਰਨਹਾਈਟ ਦਾ ਜਿਹੜਾ ਪਾਣੀ ਹੈ ਉਹ ਉਬਲਣਾ ਸ਼ੁਰੂ ਹੋ ਜਾਂਦਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਉਹ ਭਾਫ਼ ਦੇ ਅੰਦਰ ਜਿਹੜਾ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਵਿਦਿਆਰਥੀ, ਤੁਸੀਂ ਨੋਟ ਕਰ ਲਓ ਫਾਰਨਹਾਈਟ ਸਕੇਲ ਦਾ ਨਿਮਨ ਪੁਆਇੰਟ ਹੈ 32 ਡਿਗਰੀ ਫਾਰਨਹਾਈਟ ਅਤੇ ਉੱਚ ਪੁਆਇੰਟ ਹੈ 212 ਡਿਗਰੀ ਫਾਰਨਹਾਈਟ। ਜੇਕਰ ਮੈਂ ਗੱਲ ਕਰਾਂ ਇਸ ਦੀ ਰੇਂਜ ਦੀ, ਤਾਂ ਤੁਹਾਨੂੰ ਪਤਾ ਹੈ ਰੇਂਜ ਆਪਾਂ ਕਿਵੇਂ ਕਰਨੀ ਹੈ, 212 ਡਿਗਰੀ ਮਾਈਨਸ 32 ਡਿਗਰੀ, ਹਾਈਐਸਟ ਪੁਆਇੰਟ ਮਾਈਨਸ ਲੋਐਸਟ ਪੁਆਇੰਟ, ਤਾਂ 2 ਵਿੱਚੋਂ 2 ਗਏ 0, 21 ਵਿੱਚ 3 ਗਏ 18। ਠੀਕ ਹੈ ਜੀ, ਤਾਂ ਇਸ ਦੀ ਰੇਂਜ ਕਿੰਨੀ ਆ ਗਈ 180। ਇਸ ਦਾ ਮਤਲਬ ਹੈ ਇਸ ਦੇ ਵਿਚਕਾਰ ਨੇ ਜਿਹੜੇ ਉਹ ਛੋਟੇ ਛੋਟੇ ਇਕੁਅਲ 180 ਪੁਆਇੰਟ ਬਣੇ ਹੋਏ ਨੇ। ਅਤੇ ਵਿਦਿਆਰਥੀ ਹੁਣ ਆਪਾਂ ਚੱਲਦੇ ਹਾਂ ਸਭ ਤੋਂ ਲਾਸਟ ਸਕੇਲ 'ਤੇ, ਉਹ ਹੈ ਜੀ ਆਪਣਾ ਕੈਲਵਿਨ ਸਕੇਲ। ਠੀਕ ਹੈ ਵਿਦਿਆਰਥੀਓ, ਕੈਲਵਿਨ ਸਕੇਲ, ਅਤੇ ਆਪਾਂ ਇਸ ਨੂੰ ਲਿਖਦੇ ਹਾਂ ਜੀ K ਤੋਂ। ਤਾਂ ਇਹ ਗੱਲ ਤੁਸੀਂ ਨੋਟ ਕਰ ਲਓ ਵਿਦਿਆਰਥੀਓ। ਜੇਕਰ ਆਪਾਂ ਗੱਲ ਕਰਾਂਗੇ ਸੈਲਸੀਅਸ ਸਕੇਲ ਦੀ, ਤਾਂ ਆਪਾਂ ਸ਼ਬਦ ਯੂਜ ਕਰਦੇ ਹਾਂ ਡਿਗਰੀ ਸੈਲਸੀਅਸ। ਜੇਕਰ ਆਪਾਂ ਗੱਲ ਕਰੀਏ ਫਾਰਨਹਾਈਟ ਦੀ, ਤਾਂ ਯੂਜ ਕਰਦੇ ਹਾਂ ਡਿਗਰੀ ਫਾਰਨਹਾਈਟ। ਪਰੰਤੂ ਆਪਾਂ ਜਦੋਂ ਗੱਲ ਕਰਾਂਗੇ ਕੈਲਵਿਨ ਦੀ, ਤਾਂ ਆਪਾਂ ਡਿਗਰੀ ਸ਼ਬਦ ਦਾ ਇਸਤੇਮਾਲ ਨਹੀਂ ਕਰਾਂਗੇ। ਠੀਕ ਹੈ ਵਿਦਿਆਰਥੀਓ, ਆਪਾਂ ਸਿੱਧਾ ਹੀ ਕਹਾਂਗੇ 100 ਕੈਲਵਿਨ ਜਾਂ 50 ਕੈਲਵਿਨ। ਠੀਕ ਹੈ ਵਿਦਿਆਰਥੀਓ, ਹੁਣ ਆਪਾਂ ਚੱਲਦੇ ਹਾਂ ਜੀ ਕੈਲਵਿਨ ਦੇ ਹਾਈਐਸਟ ਅਤੇ ਲੋਐਸਟ ਪੁਆਇੰਟ 'ਤੇ। ਤਾਂ ਵੇਖੋ, ਤਾਂ ਤੁਹਾਨੂੰ ਪਤਾ ਹੈ ਜਿਸ ਤੇ ਤਾਪਮਾਨ 'ਤੇ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਉਹ ਹੁੰਦਾ ਜੀ ਲੋਐਸਟ ਪੁਆਇੰਟ। ਤਾਂ ਕੈਲਵਿਨ ਸਕੇਲ ਦੇ ਅੰਦਰ ਲੋਐਸਟ ਪੁਆਇੰਟ ਹੈ ਜੀ 273 ਕੈਲਵਿਨ, ਜਾਂ ਆਪਾਂ ਇਸ ਨੂੰ ਕਹਿ ਸਕਦੇ ਹਾਂ 273.15 ਕੈਲਵਿਨ। ਠੀਕ ਹੈ ਵਿਦਿਆਰਥੀਓ, ਤਾਂ ਇਸ ਦਾ ਲੋਐਸਟ ਪੁਆਇੰਟ ਕਿਹੜਾ ਹੋਇਆ ਜੀ 273 ਡਿਗਰੀ। ਜੇਕਰ ਆਪਾਂ ਗੱਲ ਕਰੀਏ ਹਾਈਐਸਟ ਪੁਆਇੰਟ ਦੀ, ਤਾਂ ਉਹ ਹੈ ਜੀ ਆਪਣਾ 373 ਕੈਲਵਿਨ, ਉਹ ਹੈ ਜੀ ਆਪਣਾ ਹਾਈਐਸਟ ਪੁਆਇੰਟ। ਠੀਕ ਹੈ, ਜੇਕਰ ਆਪਾਂ ਗੱਲ ਕਰੀਏ ਰੇਂਜ ਦੀ, ਤਾਂ ਕੈਲਵਿਨ ਸਕੇਲ ਦੀ ਰੇਂਜ ਹੁੰਦੀ ਹੈ ਜੀ ਲੋਐਸਟ ਪੁਆਇੰਟ 273, ਹਾਈਐਸਟ 373, ਮਾਈਨਸ ਕਰਾਂਗੇ ਤਾਂ ਕਿੰਨਾ ਆ ਗਿਆ ਜੀ 100। ਠੀਕ ਹੈ ਵਿਦਿਆਰਥੀਓ, ਤਾਂ ਆਪਾਂ ਵੱਖਰੋ ਵੱਖ ਰੇਂਜ ਪੜ੍ਹ ਲਈ ਹੈ। ਜਿਵੇਂ ਤੁਹਾਨੂੰ ਪਤਾ ਹੈ ਸੈਲਸੀਅਸ ਸਕੇਲ ਦੀ ਰੇਂਜ ਹੈ 100, ਕੈਲਵਿਨ ਦੀ ਰੇਂਜ ਵੀ ਕਿੰਨੀ ਹੋਈ, ਕੈਲਵਿਨ ਦੀ ਰੇਂਜ ਵੀ ਹੋਈ 100, ਪਰੰਤੂ ਫਾਰਨਹਾਈਟ ਦੀ ਰੇਂਜ ਕਿੰਨੀ ਸੀ ਆਪਣੀ 180। ਠੀਕ ਹੈ ਵਿਦਿਆਰਥੀਓ, ਅਤੇ ਹੁਣ ਆਪਾਂ ਚੱਲਦੇ ਹਾਂ ਵਿਦਿਆਰਥੀਓ ਉਸ ਕੰਸੈਪਟ 'ਤੇ ਜਿੱਥੇ ਆਪਾਂ ਸਿੱਖਾਂਗੇ ਵੀ ਜਿਹੜੀ ਵੈਲਿਊ ਹੈ ਸੈਲਸੀਅਸ, ਫਾਰਨਹਾਈਟ ਜਾਂ ਕੈਲਵਿਨ ਦੀ, ਉਹ ਆਪਾਂ ਇੱਕ ਦੂਜੇ ਅੰਦਰ ਕਿਵੇਂ ਚੇਂਜ ਕਰ ਸਕਦੇ ਹਾਂ। ਅਤੇ ਵਿਦਿਆਰਥੀਓ ਬਹੁਤ ਹੀ ਮਜ਼ੇਦਾਰ ਕੰਸੈਪਟ ਹੈ, ਤੁਸੀਂ ਬਿਲਕੁਲ ਵੀ ਰੱਟੇ ਨਹੀਂ ਲਾਣੇ ਹੈ, ਕਿਉਂਕਿ ਸਾਇੰਸ ਹੈ ਉਹ ਰੱਟੇ ਲਾਉਣ ਵਾਸਤੇ ਨਹੀਂ ਬਣੀ ਹੈ, ਸਾਇੰਸ ਬਣੀ ਹੈ ਜੀ ਸਮਝਣ ਵਾਸਤੇ। ਤਾਂ ਵੇਖੋ ਵਿਦਿਆਰਥੀਓ ਫਾਰਮੂਲਾ ਕਿਵੇਂ ਬਣਿਆ ਹੈ ਵੇਖੋ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ, ਤਿੰਨੋਂ ਵੈਲਿਊ ਲਿਖ ਲਓ, ਡਿਗਰੀ ਸੈਲਸੀਅਸ, ਫਾਰਨਹਾਈਟ ਅਤੇ ਕੈਲਵਿਨ। ਠੀਕ ਹੈ ਵਿਦਿਆਰਥੀਓ, ਉਸ ਤੋਂ ਬਾਅਦ ਤੁਸੀਂ ਕੀ ਕਰੋ, ਜੋ ਵੀ ਵੈਲਿਊ ਹੈ ਉਸ ਦੇ ਵਿੱਚੋਂ ਮਾਈਨਸ ਕਰੋ ਉਸ ਦਾ ਲੋਐਸਟ ਪੁਆਇੰਟ। ਠੀਕ ਹੈ ਵਿਦਿਆਰਥੀਓ, ਤਾਂ ਤੁਹਾਨੂੰ ਪਤਾ ਹੈ ਜਿਹੜਾ ਸੈਲਸੀਅਸ ਹੈ ਉਸ ਦਾ ਲੋਐਸਟ ਪੁਆਇੰਟ ਕਿੰਨਾ ਹੁੰਦਾ ਹੈ ਜੀ 0, ਫਾਰਨਹਾਈਟ ਦਾ ਲੋਐਸਟ ਪੁਆਇੰਟ ਕਿੰਨਾ ਹੁੰਦਾ ਜੀ 32, ਅਤੇ ਕੈਲਵਿਨ ਦਾ ਕਿੰਨਾ ਹੁੰਦਾ ਜੀ 273। ਬਟਾ ਕਰੋ ਸਾਰਿਆਂ ਦੇ ਰੇਂਜ ਦੇ, ਤਾਂ ਸੈਲਸੀਅਸ ਦੀ ਰੇਂਜ ਕਿੰਨੀ ਹੁੰਦੀ ਹੈ ਜੀ 100, ਫਾਰਨਹਾਈਟ ਦੀ ਰੇਂਜ ਕਿੰਨੀ ਹੁੰਦੀ ਹੈ ਜੀ 180, ਅਤੇ ਕੈਲਵਿਨ ਦੀ ਰੇਂਜ ਕਿੰਨੀ ਹੁੰਦੀ ਹੈ ਜੀ 100। ਤਾਂ ਆ ਬਣ ਗਿਆ ਜੀ ਆਪਣਾ ਫਾਰਮੂਲਾ। ਕੋਈ ਵੀ ਰੱਟੇ ਲਾਉਣ ਦੀ ਜ਼ਰੂਰਤ ਨਹੀਂ ਹੈ, ਬਸ ਤੁਸੀਂ ਯਾਦ ਰੱਖਣਾ ਹੈ ਸੈਲਸੀਅਸ ਵਿੱਚੋਂ ਮਾਈਨਸ ਕਰਨਾ ਹੈ ਲੋਐਸਟ ਪੁਆਇੰਟ, ਫਾਰਨਹਾਈਟ ਵਿੱਚੋਂ ਮਾਈਨਸ ਕਰਨਾ ਹੈ ਲੋਐਸਟ ਪੁਆਇੰਟ, ਅਤੇ ਕੈਲਵਿਨ ਵਿੱਚੋਂ ਮਾਈਨਸ ਕਰਨਾ ਹੈ ਲੋਐਸਟ ਪੁਆਇੰਟ, ਅਤੇ ਉਹਨੂੰ ਡਿਵਾਈਡ ਕਰਨਾ ਹੈ ਰੇਂਜ ਦੇ। ਠੀਕ ਹੈ ਵਿਦਿਆਰਥੀਓ, ਤਾਂ ਤੁਹਾਨੂੰ ਪਤਾ ਹੈ ਸੈਲਸੀਅਸ ਦੀ ਰੇਂਜ ਹੁੰਦੀ ਹੈ 100, ਫਾਰਨਹਾਈਟ ਦੀ ਰੇਂਜ ਹੁੰਦੀ ਹੈ 180, ਅਤੇ ਕੈਲਵਿਨ ਦੀ ਰੇਂਜ ਹੁੰਦੀ ਹੈ 100। ਤਾਂ ਆਪਾਂ ਇਸ ਫਾਰਮੂਲੇ ਦਾ ਯੂਜ਼ ਕਰਕੇ ਜਿਹੜੀ ਵੀ ਵੈਲਿਊ ਆਪਾਂ ਉਹ ਕਨਵਰਟ ਕਰ ਸਕਦੇ ਹਾਂ। ਤਾਂ ਠੀਕ ਹੈ ਵਿਦਿਆਰਥੀਓ, ਹੁਣ ਆਪਾਂ ਇੱਕ ਕੰਸੈਪਟ ਹੋਰ ਦੱਸਦੇ ਹਾਂ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਸਿੱਧਾ ਹੀ ਉਸ ਦੇ ਕੁਐਸਚਨ ਵੇਖੇ ਜਾ ਸਕਦੇ ਨੇ। ਤਾਂ ਵੇਖੋ ਵਿਦਿਆਰਥੀਓ, ਜੇਕਰ ਮੈਂ ਗੱਲ ਕਰਾਂ ਇੱਕ ਇਹੋ ਜਿਹੇ ਪੁਆਇੰਟ 'ਤੇ ਜਿੱਥੇ ਜਿਹੜੀ ਵੈਲਿਊ ਹੈ ਉਹ ਸੈਲਸੀਅਸ ਦੀ ਅਤੇ ਫਾਰਨਹਾਈਟ ਦੀ ਬਰਾਬਰ ਹੁੰਦੀ ਹੈ, ਉਹ ਹੈ ਜੀ ਆਪਣਾ -40।
ਆ ਤੁਸੀਂ ਨੋਟ ਹੀ ਕਰ ਲਓ, ਬਹੁਤ ਹੀ ਇੰਪੋਰਟੈਂਟ ਕੰਸੈਪਟ ਹੈ। -40 ਤੇ ਜਿਹੜੀ ਵੈਲਿਊ ਹੈ ਸੈਲਸੀਅਸ ਦੀ ਤੇ ਫਾਰਨਾਈਟ ਦੀ, ਉਹ ਹਮੇਸ਼ਾ ਕੀ ਹੁੰਦੀ ਹੈ ਜੀ, ਬਰਾਬਰ। ਤੁਸੀਂ ਆ ਵੈਲਿਊ ਪੁੱਟ ਕਰਕੇ ਵੀ ਵੇਖ ਸਕਦੇ ਹੋ ਫਾਰਮੂਲੇ ਦੇ ਅੰਦਰ, ਠੀਕ ਹੈ ਵਿਦਿਆਰਥੀਓ। ਤੇ ਹੁਣ ਆਪਾਂ ਇੱਕ ਗੱਲ ਹੋਰ ਦੱਸਣਾ ਤੁਹਾਨੂੰ, ਇੱਕ ਇਹੋ ਜਿਹਾ ਬਿੰਦੂ ਜਿਸ ਉੱਤੇ ਜਿਹੜੀ ਸਬਸਟਾਂਸ ਹੈ ਉਹਨਾਂ ਦੀ ਜਿਹੜੀ ਮੋਲੀਕੂਲਰ ਜਾਂ ਆਪਾਂ ਕਹਿ ਸਕਦੇ ਹਾਂ ਅਟੋਮਿਕ ਮੂਵਮੈਂਟ ਹੈ ਉਹ ਰੁਕ ਜਾਂਦੀ ਹੈ। ਉਸ ਬਿੰਦੂ ਨੂੰ ਆਪਾਂ ਕੀ ਕਹਿੰਦੇ ਹਾਂ? ਜੇਕਰ ਮੈਂ ਗੱਲ ਕਰਾਂ ਆਸਾਨ ਭਾਸ਼ਾ ਦੇ ਅੰਦਰ ਤਾਂ ਤੁਹਾਨੂੰ ਪਤਾ ਹੈ ਕਿਸੇ ਵੀ ਸਬਸਟਾਂਸ ਦੇ ਅੰਦਰ ਜਿਹੜੇ ਮੋਲੀਕਿਊਲ ਨੇ ਉਹ ਲਗਾਤਾਰ ਗਤੀ ਕਰਦੇ ਰਹਿੰਦੇ ਨੇ। ਜੇਕਰ ਉਹ ਆਪਣੀ ਗਤੀ ਬੰਦ ਕਰ ਦੇਣ ਜਾਂ ਆਪਾਂ ਉਸ ਨੂੰ ਕਹਿੰਦੇ ਹਾਂ ਉਹ ਬਿੰਦੂ ਜਿੱਥੇ ਉਹਨਾਂ ਦੀ ਗਤੀ ਰੁਕ ਜਾਵੇ, ਤਾਂ ਉਸ ਬਿੰਦੂ ਨੂੰ ਆਪਾਂ ਕਹਿੰਦੇ ਹਾਂ ਜੀ, ਜਾਂ ਉਸ ਤਾਪਮਾਨ ਨੂੰ ਆਪਾਂ ਕਹਿੰਦੇ ਹਾਂ ਪਰਮ ਤਾਪਮਾਨ, ਠੀਕ ਹੈ ਜੀ। ਜਾਂ ਆਪਾਂ ਉਸ ਨੂੰ ਕਹਿੰਦੇ ਹਾਂ ਜੀ ਐਬਸੋਲੇਟ ਟੈਂਪਰੇਚਰ। ਤਾਂ ਤੁਸੀਂ ਨੋਟ ਕਰ ਲਓ, ਜਿਸ ਤਾਪਮਾਨ ਦੇ ਉੱਤੇ ਜਿਹੜੀ ਸਬਸਟਾਂਸ ਹੈ ਜਾਂ ਕੋਈ ਫੋਮ ਹੈ ਉਹਨਾਂ ਦੀ ਜਿਹੜੀ ਐਟੋਮਿਕ ਮੂਵਮੈਂਟ ਉਹ ਬੰਦ ਹੋ ਜੇ ਜਾਂ ਮੋਲੀਕੂਲ ਦੀ ਗਤੀ ਬੰਦ ਹੋ ਜੇ, ਉਸ ਨੂੰ ਆਪਾਂ ਕਹਿੰਦੇ ਹਾਂ ਜੀ ਪਰਮ ਤਾਪਮਾਨ, ਜਾਂ ਆਪਾਂ ਕਹਿੰਦੇ ਹਾਂ ਜੀ ਐਬਸੋਲੇਟ ਟੈਂਪਰੇਚਰ। ਤਾਂ ਉਸ ਦੀ ਵੈਲਿਊ ਹੈ ਜੀ 0 ਕੈਲਵਿਨ, ਠੀਕ ਹੈ ਵਿਦਿਆਰਥੀਓ। ਤਾਂ ਪਰਮ ਤਾਪਮਾਨ ਕਿੰਨਾ ਹੈ ਜੀ? 0 ਕੈਲਵਿਨ। ਤੇ ਪੇਪਰ ਵਾਲਾ ਕੀ ਕਰੇਗਾ, ਇਸ ਦੀ ਵੈਲਿਊ ਸੈਲਸੀਅਸ ਦੇ ਅੰਦਰ ਪੁੱਛੇਗਾ ਜਾਂ ਪੁੱਛੇਗਾ ਫਾਰਨਹਾਈਟ ਦੇ ਅੰਦਰ। ਤਾਂ ਤੁਸੀਂ ਕੀ ਕਰਨਾ ਹੈ, ਆ ਵੈਲਿਊ ਹੈ ਉਹ ਕਨਵਰਟ ਕਰ ਸਕਦੇ ਹੋ, ਪਰ ਤੁਸੀਂ ਯਾਦ ਰੱਖਣਾ ਹੈ 0 ਕੈਲਵਿਨ ਇਜ਼ ਐਬਸੋਲੇਟ ਟੈਂਪਰੇਚਰ, ਜਾਂ ਆਪਾਂ ਇਸ ਨੂੰ ਕਹਿੰਦੇ ਹਾਂ ਜੀ ਪਰਮ ਤਾਪਮਾਨ। ਤਾਂ ਵਿਦਿਆਰਥੀਓ ਆਪਾਂ ਇੱਕ ਕੁਐਸਚਨ ਸੋਲਵ ਕਰਾਂਗੇ ਜਿਸ ਨਾਲ ਆਪਾਂ ਨੂੰ ਕਲੀਅਰ ਹੋ ਜਾਏ ਕਿ ਆਪਾਂ ਟੈਂਪਰੇਚਰ ਨੂੰ ਕਿਵੇਂ ਚੇਂਜ ਕਰਦੇ ਹਾਂ। ਤਾਂ ਵੇਖੋ ਵਿਦਿਆਰਥੀਓ, ਤੁਹਾਡੇ ਸਕਰੀਨ ਦੇ ਉੱਤੇ ਕੁਐਸਚਨ ਸ਼ੋ ਹੋ ਰਿਹਾ ਹੈ, 35 ਡਿਗਰੀ ਸੈਲਸੀਅਸ ਨੂੰ ਕੈਲਵਿਨ ਵਿੱਚ ਬਦਲੋ। ਤਾਂ ਵਿਦਿਆਰਥੀਓ ਆਪਾਂ ਨੂੰ ਜਿਹੜਾ ਸੈਲਸੀਅਸ ਅਤੇ ਕੈਲਵਿਨ ਦਾ ਰਿਲੇਸ਼ਨ ਪਤਾ ਹੋਣਾ ਚਾਹੀਦਾ ਹੈ, ਅਤੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ। ਸੈਲਸੀਅਸ ਮਾਈਨਸ ਲੋਐਸਟ ਵੈਲਿਊ, ਤਾਂ ਸੀ ਦੀ ਲੋਐਸਟ ਵੈਲਿਊ ਹੁੰਦੀ ਹੈ 0 ਅਤੇ ਕੈਲਵਿਨ ਦੀ ਹੁੰਦੀ ਹੈ ਜੀ 273। ਫਿਰ ਆਪਾਂ ਡਿਵਾਈਡ ਕਰਾਂਗੇ ਇਹਨਾਂ ਦੀ ਰੇਂਜ ਨਾਲ, ਅਤੇ ਸੈਲਸੀਅਸ ਦੀ ਰੇਂਜ ਹੁੰਦੀ ਹੈ 100 ਅਤੇ ਕੈਲਵਿਨ ਦੀ ਵੀ ਰੇਂਜ ਹੁੰਦੀ ਹੈ 100। ਹੁਣ ਆਪਾਂ ਕਰਾਂਗੇ ਜੀ ਬਰਾਬਰ। ਤਾਂ ਬਰਾਬਰ ਕਰਨ ਦੇ ਨਾਲ ਜਿਹੜਾ 100 ਨਾਲ 100 ਕੱਟਿਆ ਜਾਵੇਗਾ, ਅਤੇ ਆਪਣੇ ਕੋਲ ਕੀ ਆ ਗਿਆ, C ਬਰਾਬਰ K ਮਾਈਨਸ 273। ਅਤੇ ਹੁਣ ਆਪਾਂ ਨੂੰ ਪਤਾ ਹੈ ਜਿਹੜੀ C ਦੀ ਵੈਲਿਊ ਕਿੰਨੀ ਗਿਵਨ ਆਪਾਂ ਨੂੰ, C ਦੀ ਵੈਲਿਊ ਗਿਵਨ ਹੈ ਜੀ ਆਪਾਂ ਨੂੰ 35। ਤਾਂ ਆਪਾਂ ਕੀ ਕਰਾਂਗੇ, 35 ਬਰਾਬਰ K ਮਾਈਨਸ 273, ਅਤੇ ਆ ਮਾਈਨਸ ਉੱਧਰ ਪਲੱਸ ਹੋ ਜਾਏਗਾ, ਤਾਂ K ਦੀ ਵੈਲਿਊ ਕਿੰਨੀ ਆ ਗਈ ਜੀ 308 ਕੈਲਵਿਨ, ਠੀਕ ਹੈ ਵਿਦਿਆਰਥੀਓ। ਤਾਂ ਆਪਾਂ ਬਿਨਾਂ ਕੋਈ ਰੱਟਾ ਲਾਏ ਆ ਵੈਲਿਊ ਜਿਹੜੀ ਆਸਾਨੀ ਨਾਲ ਕੱਢ ਸਕਦੇ ਹਾਂ। ਅਤੇ ਵਿਦਿਆਰਥੀਓ ਹੁਣ ਆਪਾਂ ਚੱਲਦੇ ਹਾਂ 25 MCQ ਕੁਐਸਚਨਾਂ 'ਤੇ, ਜਿਨ੍ਹਾਂ ਦੇ ਤੁਸੀਂ ਡਾਇਰੈਕਟ ਆਨਸਰ ਦੇਣੇ ਨੇ। ਅਤੇ ਆਪਣਾ ਪਹਿਲਾ ਕੁਐਸਚਨ ਹੈ ਜੀ, ਤਾਪ ਤੋਂ ਕੀ ਭਾਵ ਹੈ? ਆਪਸ਼ਨ A ਸ਼ਕਤੀ, ਆਪਸ਼ਨ B ਬਲ, ਆਪਸ਼ਨ C ਇੱਕ ਪਦਾਰਥ ਤੋਂ ਦੂਜੇ ਪਦਾਰਥ ਤੱਕ ਊਰਜਾ ਦਾ ਸਥਾਨਾਂਤਰਨ, ਅਤੇ ਆਪਸ਼ਨ D ਤਰੰਗ ਗਤੀ। ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ C, ਇੱਕ ਪਦਾਰਥ ਤੋਂ ਦੂਜੇ ਪਦਾਰਥ ਤੱਕ ਊਰਜਾ ਦਾ ਸਥਾਨਾਂਤਰਨ। ਕੁਐਸਚਨ ਨੰਬਰ 2, ਤਾਪ ਹਮੇਸ਼ਾ ਪ੍ਰਵਾਹਿਤ ਹੁੰਦਾ ਹੈ? ਆਪਸ਼ਨ A ਨਿਮਨ ਤੋਂ ਉੱਚ ਤਾਪ ਵੱਲ, ਆਪਸ਼ਨ B ਉੱਚ ਤੋਂ ਨਿਮਨ ਤਾਪ ਵੱਲ, ਆਪਸ਼ਨ C ਪ੍ਰਵਾਹਿਤ ਨਹੀਂ ਹੁੰਦਾ, ਅਤੇ ਆਪਸ਼ਨ D ਕੋਈ ਨਹੀਂ। ਤਾਂ ਇਸ ਦਾ ਸਹੀ ਆਨਸਰ ਤੁਹਾਨੂੰ ਪਤਾ ਹੀ ਹੈ ਆਪਸ਼ਨ B ਉੱਚ ਤਾਪ ਤੋਂ ਨਿਮਨ ਤਾਪ ਵੱਲ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 3 'ਤੇ, ਤਾਪ ਨੂੰ ਮਾਪਣ ਦੀ ਇਕਾਈ ਹੈ? ਆਪਸ਼ਨ A ਹੈ ਜੀ ਕੈਲੋਰੀ, ਆਪਸ਼ਨ B ਹੈ ਜੀ ਫਾਰਨਾਈਟ, ਆਪਸ਼ਨ C ਹੈ ਜੀ ਜੂਲ, ਅਤੇ ਆਪਸ਼ਨ D ਹੈ ਜੀ ਸੈਲਸੀਅਸ। ਤਾਂ ਵਿਦਿਆਰਥੀਓ ਤਾਪ ਨੂੰ ਮਾਪਣ ਦੀ ਜਿਹੜੀ ਇਕਾਈ ਹੈ ਉਹ ਹੈ ਜੀ ਆਪਣੀ ਜੂਲ, ਕਿਉਂਕਿ ਜਿਹੜੀ ਤਾਪ ਜਾਂ ਹੀਟ ਹੈ ਉਹ ਇੱਕ ਫੋਰਮ ਆਫ ਐਨਰਜੀ ਹੈ, ਅਤੇ ਐਨਰਜੀ ਦੀ ਯੂਨਿਟ ਹੁੰਦੀ ਹੈ ਜੀ ਜੂਲ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 4 'ਤੇ, ਇੱਕ ਕੈਲੋਰੀ ਹੈ ਜੀ ਆਪਸ਼ਨ A 418 ਜੂਲ, ਆਪਸ਼ਨ B 4180 ਜੂਲ, ਆਪਸ਼ਨ C 41.8 ਜੂਲ, ਅਤੇ ਆਪਸ਼ਨ D 4.18 ਜੂਲ। ਤਾਂ ਇਸ ਦਾ ਸਹੀ ਆਨਸਰ ਹੈ ਵਿਦਿਆਰਥੀਓ ਆਪਸ਼ਨ D 4.18 ਜੂਲ, ਜਾਂ ਆਪਾਂ ਇਸ ਨੂੰ ਕਹਿ ਸਕਦੇ ਹਾਂ 1 ਕੈਲੋਰੀ ਬਰਾਬਰ 4.2 ਜੂਲ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 5 ‘ਤੇ, 1 ਗ੍ਰਾਮ ਪਾਣੀ ਦਾ ਤਾਪਮਾਨ 1 ਸੈਲਸੀਅਸ ਵਧਾਉਣ ਲਈ ਲੋੜੀਂਦਾ ਊਰਜਾ ਖੁਆਉਂਦੀ ਹੈ? ਆਪਸ਼ਨ A ਹੈ ਜੀ 1 ਕੈਲੋਰੀ, ਆਪਸ਼ਨ B ਹੈ 10 ਕੈਲੋਰੀ,
ਆਪਸ਼ਨ ਸੀ ਹੈ 100 ਕੈਲੋਰੀ ਅਤੇ ਆਪਸ਼ਨ ਡੀ ਹੈ 1000 ਕੈਲੋਰੀ। ਤਾਂ ਵਿਦਿਆਰਥੀਓ 1 ਗ੍ਰਾਮ ਪਾਣੀ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧਾਉਣ ਲਈ ਆਪਾਂ ਨੂੰ ਜਿਹੜੀ ਊਰਜਾ ਚਾਹੀਦੀ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਜੀ 1 ਕੈਲੋਰੀ। ਆਪਸ਼ਨ ਏ ਇਜ਼ ਰਾਈਟ ਆਨਸਰ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 6 'ਤੇ। ਤਾਪਮਾਨ ਮਾਪਣ ਦੀ ਇਕਾਈਆਂ ਹਨ। ਆਪਸ਼ਨ ਏ ਸੈਲਸੀਅਸ, ਆਪਸ਼ਨ ਬੀ ਫਾਰਨਾਈਟ, ਆਪਸ਼ਨ ਸੀ ਕੈਲਵਿਨ ਅਤੇ ਆਪਸ਼ਨ ਡੀ ਸਾਰੇ। ਤਾਂ ਵਿਦਿਆਰਥੀਓ ਇਸ ਦਾ ਆਨਸਰ ਹੈ ਆਪਸ਼ਨ ਡੀ ਸਾਰੇ, ਕਿਉਂਕਿ ਆਪਾਂ ਤਾਪਮਾਨ ਨੂੰ ਸੈਲਸੀਅਸ, ਫਾਰਨਾਈਟ ਦਾ ਕੈਲਵਿਨ ਨਾਲ ਮਾਪ ਸਕਦੇ ਹਾਂ। ਜੇਕਰ ਉਹ ਗੱਲ ਕਰਦਾ ਤਾਪਮਾਨ ਮਾਪਣ ਦੀ ਐਸਆਈ ਇਕਾਈ ਤਾਂ ਫਿਰ ਆਪਣਾ ਆਨਸਰ ਹੋਣਾ ਸੀ ਕੈਲਵਿਨ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 7 'ਤੇ। ਸਹੀ ਹੈ ਆਪਸ਼ਨ ਏ ਹੈ ਜੀ ਸੈਲਸੀਅਸ 0 ਤੋਂ ਲੈ ਕੇ 100 ਡਿਗਰੀ ਤੱਕ ਹੁੰਦਾ ਹੈ। ਆਪਸ਼ਨ ਬੀ ਫਾਰਨਾਈਟ 32 ਤੋਂ ਲੈ ਕੇ 212 ਤੱਕ ਹੁੰਦਾ ਹੈ। ਆਪਸ਼ਨ ਸੀ ਕੈਲਵਿਨ 273 ਤੋਂ ਲੈ ਕੇ 373 ਤੱਕ ਹੁੰਦਾ ਹੈ ਅਤੇ ਆਪਸ਼ਨ ਡੀ ਸਾਰੇ। ਤਾਂ ਵਿਦਿਆਰਥੀਓ ਜਿਹਨੇ ਆ ਟੋਪਿਕ ਧਿਆਨ ਨਾਲ ਸਮਝਿਆ ਹੈ ਉਸ ਦਾ ਆਨਸਰ 1 ਮਿੰਟ ਵਿੱਚ ਦੇ ਦੇਵੇਗਾ, ਜਿਸ ਦਾ ਆਨਸਰ ਹੈ ਜੀ ਆਪਸ਼ਨ ਡੀ ਸਾਰੇ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 8 'ਤੇ। ਸੈਲਸੀਅਸ ਅਤੇ ਫਾਰਨਾਈਟ ਨਾਲ ਸੰਬੰਧਿਤ ਫਾਰਮੂਲਾ ਹੈ ਜੀ। ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ ਅਤੇ ਆਪਸ਼ਨ ਡੀ ਆਪਾਂ ਨੂੰ ਗਿਵਨ ਹੈ। ਤਾਂ ਵਿਦਿਆਰਥੀਓ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਫਾਰਮੂਲਾ C-0/100 ਬਰਾਬਰ F-32/180, ਕਿਉਂਕਿ ਤੁਹਾਨੂੰ ਦੱਸਿਆ ਹੋਇਆ ਮੈਂ ਜਿਹੜਾ ਵੀ ਫਾਰਮੂਲਾ ਬਣਾਉਣਾ ਹੈ ਆਪਾਂ ਉਹਦੇ ਵਿੱਚੋਂ ਮਾਈਨਸ ਕਰਨਾ ਉਸਦਾ ਲੋਐਸਟ ਵੈਲਿਊ ਬਟਾ ਰੇਂਜ। ਠੀਕ ਆ, ਆਪਾਂ ਕੀ ਕਰਾਂਗੇ 0 ਨਾਲ 0 ਕੱਟੀ ਗਈ, ਇੱਧਰ ਆ ਗਿਆ ਜੀ 5, ਇੱਧਰ ਆ ਗਿਆ ਜੀ 9। ਤਾਂ ਆਪਣਾ ਫਾਰਮੂਲਾ ਕੀ ਬਣਿਆ C/5 ਬਰਾਬਰ F-32/9। ਤਾਂ ਇਸ ਦਾ ਕਿਹੜਾ ਆਨਸਰ ਹੈ ਜੀ ਆਪਣਾ ਆਪਸ਼ਨ ਬੀ ਇਜ਼ ਰਾਈਟ ਆਨਸਰ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 9 'ਤੇ। ਬਰਫ਼ ਦੇ ਪਿਘਲਣ ਦੌਰਾਨ ਆਪਸ਼ਨ ਏ ਉਸ ਦਾ ਤਾਪ ਵੱਧਦਾ ਹੈ, ਆਪਸ਼ਨ ਬੀ ਉਸ ਦਾ ਤਾਪ ਘਟਦਾ ਹੈ, ਆਪਸ਼ਨ ਸੀ ਉਹ ਤਾਪ ਛੱਡਦੀ ਹੈ ਅਤੇ ਆਪਸ਼ਨ ਡੀ ਉਹ ਤਾਪ ਗ੍ਰਹਿਣ ਕਰਦੀ ਹੈ ਪਰੰਤੂ ਤਾਪਮਾਨ ਸਥਿਰ ਰਹਿੰਦਾ ਹੈ। ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਹੈ ਜੀ ਆਪਣਾ ਆਪਸ਼ਨ ਡੀ ਉਹ ਤਾਪ ਗ੍ਰਹਿਣ ਕਰਦੀ ਹੈ ਅਤੇ ਪਰੰਤੂ ਤਾਪਮਾਨ ਉਸਦਾ ਸਥਿਰ ਰਹਿੰਦਾ ਹੈ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 10 'ਤੇ। ਕਿਸ ਤਾਪਮਾਨ ਉੱਤੇ ਸੈਲਸੀਅਸ ਅਤੇ ਫਾਰਨਹਾਈਟ ਬਰਾਬਰ ਹੁੰਦੇ ਨੇ? ਤਾਂ ਵਿਦਿਆਰਥੀਓ ਇਸ ਦਾ ਆਨਸਰ ਹੈ ਆਪਸ਼ਨ ਸੀ -40 ਤੇ ਜਿਹੜੇ ਸੈਲਸੀਅਸ ਅਤੇ ਫਾਰਨਹਾਈਟ ਨੇ ਉਹ ਬਰਾਬਰ ਹੁੰਦੇ ਨੇ ਅਤੇ ਤੁਸੀਂ ਵੈਲਿਊ ਪੁੱਟ ਕਰਕੇ ਵੇਖ ਸਕਦੇ ਹੋ। C-0/100 ਬਰਾਬਰ F-32/180। ਠੀਕ ਹੈ ਵਿਦਿਆਰਥੀਓ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 11 'ਤੇ। ਐਬਸੋਲੂਟ ਟੈਂਪਰੇਚਰ ਜਾਂ ਆਪਾਂ ਇਸਨੂੰ ਕਹਿੰਦੇ ਹਾਂ ਜੀ ਪਰਮ ਤਾਪਮਾਨ। ਤਾਂ ਦੱਸੋ ਵਿਦਿਆਰਥੀਓ, ਤੁਹਾਨੂੰ ਦੱਸਿਆ ਹੋਇਆ ਮੈਂ। ਤਾਂ ਇਸ ਦਾ ਸਹੀ ਆਨਸਰ ਕੀ ਹੋਵੇਗਾ ਵਿਦਿਆਰਥੀਓ ਆਪਸ਼ਨ ਡੀ 0 ਕੈਲਵਿਨ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 12 'ਤੇ। ਮਨੁੱਖੀ ਸਰੀਰ ਦਾ ਤਾਪਮਾਨ ਹੁੰਦਾ ਹੈ। ਵਿਦਿਆਰਥੀਓ ਬਹੁਤ ਹੀ ਆਸਾਨ ਕੁਐਸਚਨ ਹੈ, ਪਰ ਤੁਸੀਂ ਕਨਫਿਊਜ਼ ਨਾ ਹੋਇਆ ਜੀ। ਇਸ ਦਾ ਸਹੀ ਆਨਸਰ ਹੈ ਵਿਦਿਆਰਥੀਓ ਆਪਸ਼ਨ ਏ 98.6 ਡਿਗਰੀ ਫਾਰਨਹਾਈਟ ਜਾਂ ਆਪਾਂ ਕਹਿ ਸਕਦੇ ਹਾਂ 37 ਡਿਗਰੀ ਸੈਲਸੀਅਸ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 13 'ਤੇ। 100 ਸੈਲਸੀਅਸ ਤਾਪ ਦੀ ਭਾਫ਼ 100 ਸੈਲਸੀਅਸ ਗਰਮ ਪਾਣੀ ਨਾਲੋਂ ਜ਼ਿਆਦਾ ਗਰਮ ਹੁੰਦੀ ਹੈ ਕਿਉਂਕਿ ਭਾਫ਼ ਇੱਕ ਗੈਸ ਹੈ। ਆਪਸ਼ਨ ਬੀ ਭਾਫ਼ ਜਲਣ ਪੈਦਾ ਕਰਦੀ ਹੈ, ਆਪਸ਼ਨ ਸੀ ਭਾਫ਼ ਵਿੱਚ ਗੁਪਤ ਤਾਪ ਹੁੰਦਾ ਹੈ ਅਤੇ ਆਪਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਹੈ ਜੀ ਆਪਣਾ ਆਪਸ਼ਨ ਸੀ ਭਾਫ਼ ਵਿੱਚ ਗੁਪਤ ਤਾਪ ਹੁੰਦਾ ਹੈ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 14 'ਤੇ। ਸੋਲਰ ਕੁੱਕਰ ਦੀ ਸਤਹ ਕਾਲੀ ਕਿਉਂ ਹੁੰਦੀ ਹੈ? ਆਪਸ਼ਨ ਏ ਬਰਤਨ ਵਿੱਚ ਸਮੱਗਰੀ ਨਸ਼ਟ ਨਹੀਂ ਹੁੰਦੀ, ਆਪਸ਼ਨ ਬੀ ਕਾਲੀ ਸਤਹ ਆਸਾਨੀ ਨਾਲ ਸਾਫ਼ ਹੁੰਦੀ ਹੈ, ਆਪਸ਼ਨ ਸੀ ਕਾਲੀ ਸਤਹ ਜ਼ਿਆਦਾ ਤਾਪ ਸੋਖਦੀ ਹੈ ਅਤੇ ਆਪਸ਼ਨ ਡੀ ਕਾਲੀ ਸਤਹ ਤਾਪ ਪਰਿਵਰਤਿਤ ਕਰਦੀ ਹੈ। ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਜੀ ਆਪਣਾ ਆਪਸ਼ਨ ਸੀ ਕਾਲੀ ਸਤਹ ਜ਼ਿਆਦਾ ਤਾਪ ਸੋਖਦੀ ਹੈ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 15 'ਤੇ। ਕਿਸੇ ਕੱਚ ਦੀ ਬੋਤਲ ਨੂੰ ਪਾਣੀ ਨਾਲ ਭਰ ਕੇ ਫਰਿੱਜ ਅੰਦਰ ਰੱਖਿਆ ਜਾਂਦਾ ਹੈ। ਕੁਝ ਦੇਰ ਬਾਅਦ ਬੋਤਲ 'ਤੇ ਦਰਾੜ ਪੈ ਜਾਂਦੀ ਹੈ ਕਿਉਂਕਿ ਆਪਸ਼ਨ ਏ ਬੋਤਲ ਫੈਲਦੀ ਹੈ, ਆਪਸ਼ਨ ਬੀ ਬੋਤਲ ਸੁੰਗੜਦੀ ਹੈ, ਆਪਸ਼ਨ ਸੀ ਪਾਣੀ ਦਾ ਜਮਾਣ ਹੋਣ ਤੋਂ ਬਾਅਦ ਫੈਲਾਅ ਹੁੰਦਾ ਹੈ ਅਤੇ ਆਪਸ਼ਨ ਡੀ ਪਾਣੀ ਬਰਫ਼ ਬਣ ਜਾਂਦਾ ਹੈ।
ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ, ਪਾਣੀ ਦਾ ਜਮ੍ਹਾਂ ਹੋਣ ਤੋਂ ਬਾਅਦ ਫੈਲਾਅ ਹੁੰਦਾ ਹੈ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 16 'ਤੇ। ਕੋਈ ਪਦਾਰਥ ਤਾਪ ਦੀ ਸਭ ਤੋਂ ਵੱਧ ਸੋਖ ਕਰੇਗਾ ਜਦੋਂ ਆਪਸ਼ਨ ਏ ਕਾਲਾ ਹੋਵੇਗਾ, ਆਪਸ਼ਨ ਬੀ ਖੁਰਦਰਾ ਹੋਵੇਗਾ, ਆਪਸ਼ਨ ਸੀ ਕਾਲਾ ਅਤੇ ਖੁਰਦਰਾ ਹੋਵੇਗਾ ਅਤੇ ਆਪਸ਼ਨ ਡੀ ਸਫੇਦ ਅਤੇ ਖੁਰਦਰਾ ਹੋਵੇਗਾ। ਤਾਂ ਇਸ ਦਾ ਸਹੀ ਆਨਸਰ ਹੈ ਵਿਦਿਆਰਥੀਓ ਆਪਸ਼ਨ ਸੀ, ਕਾਲਾ ਅਤੇ ਖੁਰਦਰਾ ਹੋਵੇਗਾ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 17 'ਤੇ। ਦੋ ਰੇਲਾਂ ਪਟੜੀਆਂ ਦੇ ਵਿਚਕਾਰ ਜੋੜਨ ਤੋਂ ਕੁਝ ਥਾਂ ਰੱਖੀ ਜਾਂਦੀ ਹੈ ਕਿਉਂਕਿ ਆਪਸ਼ਨ ਏ ਲਾਗਤ ਬਚਦੀ ਹੈ, ਆਪਸ਼ਨ ਬੀ ਜ਼ਰੂਰੀ ਗੁਰੂਤਾ ਬਲ ਪੈਦਾ ਕਰਨ ਲਈ, ਆਪਸ਼ਨ ਸੀ ਧਾਤੂ ਗਰਮ ਹੋਣ 'ਤੇ ਫੈਲਦੀ ਹੈ ਅਤੇ ਆਪਸ਼ਨ ਡੀ ਗੱਡੀ ਦਾ ਸੰਤੁਲਨ ਕਰਨ ਲਈ। ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ, ਧਾਤੂ ਗਰਮ ਹੋਣ 'ਤੇ ਫੈਲਦੀ ਹੈ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 18 'ਤੇ। ਜੇਕਰ ਤਾਪਮਾਨ ਵਧਾਇਆ ਜਾਵੇ ਤਾਂ ਤਾਪ ਆਪਸ਼ਨ ਏ ਘਟਦੀ ਹੈ, ਆਪਸ਼ਨ ਬੀ ਸਥਿਰ ਰਹਿੰਦੀ ਹੈ, ਆਪਸ਼ਨ ਸੀ ਵੱਧਦੀ ਹੈ ਜਾਂ ਆਪਸ਼ਨ ਡੀ 0 ਹੋ ਜਾਂਦੀ ਹੈ। ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ, ਵੱਧਦੀ ਹੈ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 19 'ਤੇ। ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਕਿਰਿਆ ਵਿੱਚ ਤਾਪ ਦਾ ਟਰਾਂਸਫਰ ਹੁੰਦਾ ਹੈ? ਆਪਸ਼ਨ ਏ ਹੈ ਜੀ ਕੰਡਕਸ਼ਨ, ਆਪਸ਼ਨ ਬੀ ਹੈ ਜੀ ਕਨਵੈਂਸ਼ਨ, ਆਪਸ਼ਨ ਸੀ ਹੈ ਜੀ ਰੇਡੀਏਸ਼ਨ ਅਤੇ ਆਪਸ਼ਨ ਡੀ ਹੈ ਜੀ ਸਾਰੇ। ਤਾਂ ਵਿਦਿਆਰਥੀਓ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਡੀ, ਸਾਰੇ। ਤਾਂ ਵਿਦਿਆਰਥੀਓ ਆਪਾਂ ਸਮਝਦੇ ਹਾਂ ਕੰਡਕਸ਼ਨ, ਕਨਵੈਂਸ਼ਨ ਅਤੇ ਰੇਡੀਏਸ਼ਨ ਬਾਈ ਐਗਜ਼ਾਮਪਲ। ਜੇਕਰ ਆਪਾਂ ਗੱਲ ਕਰੀਏ ਕੰਡਕਸ਼ਨ ਦੀ ਤਾਂ ਇਸ ਦੇ ਅੰਦਰ ਜਿਹੜੀ ਟਰਾਂਸਫਰ ਆਫ ਹੀਟ ਹੈ ਉਹ ਹੁੰਦੀ ਹੈ ਜੀ ਜਿਹੜੇ ਸੋਲਿਡ ਦੇ ਅੰਦਰ ਮੋਲੀਕਿਊਲਸ ਹੁੰਦੇ ਨੇ ਉਹ ਆਪਸ ਦੇ ਅੰਦਰ ਟਕਰਾ ਕੇ ਜਿਹੜੀ ਟਰਾਂਸਫਰ ਆਫ ਹੀਟ ਹੈ ਉਹ ਪੋਸੀਬਲ ਕਰਾਉਂਦੇ ਨੇ। ਅਤੇ ਆਪਾਂ ਕਹਿ ਸਕਦੇ ਹਾਂ ਜਿਹੜੀ ਕੰਡਕਸ਼ਨ ਹੈ ਉਹ ਮੋਸਟਲੀ ਹੁੰਦੀ ਹੈ ਜੀ ਸੋਲਿਡ ਦੇ ਅੰਦਰ, ਕਿਉਂਕਿ ਸੋਲਿਡ ਦੇ ਅੰਦਰ ਜਿਹੜੇ ਮੋਲੀਕਿਊਲਸ ਨੇ ਉਹ ਥੋੜ੍ਹੇ ਟਾਈਟਲੀ ਪੈਕਡ ਹੁੰਦੇ ਨੇ, ਠੀਕ ਹੈ ਜੀ। ਅਤੇ ਕੰਡਕਸ਼ਨ ਦੇ ਅੰਦਰ ਟਰਾਂਸਫਰ ਆਫ ਹੀਟ ਹੋਣ ਦੇ ਲਈ ਕਿਸੇ ਨਾ ਕਿਸੇ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ। ਜੇਕਰ ਆਪਾਂ ਗੱਲ ਕਰੀਏ ਕਨਵੈਂਸ਼ਨ ਦੀ ਤਾਂ ਇਸ ਦੇ ਅੰਦਰ ਜਿਹੜੀ ਟਰਾਂਸਫਰ ਆਫ ਹੀਟ ਹੈ ਉਹ ਲਗਭਗ ਹੁੰਦੀ ਹੈ ਜੀ ਲਿਕਵਿਡਸ ਦੇ ਅੰਦਰ, ਕਿਉਂਕਿ ਆਪਾਂ ਵੇਖ ਰਹੇ ਹਾਂ ਜਿਹੜਾ ਪਾਣੀ ਬੋਇਲ ਕਰ ਰਿਹਾ ਹੈ ਅਤੇ ਪਾਣੀ ਬੋਇਲ ਹੋ ਕੇ ਜਿਹੜੇ ਵੇਪਰ ਬਣ ਰਹੇ ਨੇ ਤਾਂ ਆਪਾਂ ਕੀ ਵੇਖ ਰਹੇ ਹਾਂ ਜਿਹੜੇ ਮੋਲੀਕਿਊਲਸ ਨੇ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਟਰੈਵਲ ਕਰ ਰਹੇ ਨੇ। ਅਤੇ ਆਪਾਂ ਕਹਿ ਸਕਦੇ ਹਾਂ ਕਨਵੈਂਸ਼ਨ ਦੇ ਅੰਦਰ ਜਿਹੜੇ ਮੈਟਰ ਹੈ ਜਾਂ ਸਟੇਟ ਆਫ ਮੈਟਰ ਹੈ ਉਹ ਮੂਵ ਕਰਦੀ ਹੈ। ਅਤੇ ਇੱਥੇ ਵੀ ਕਨਵੈਂਸ਼ਨ ਦੇ ਅੰਦਰ ਵੀ ਟਰਾਂਸਫਰ ਆਫ ਹੀਟ ਦੇ ਲਈ ਮੀਡੀਅਮ ਦੀ ਜ਼ਰੂਰਤ ਪੈਂਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਨਾ ਕਿਸੇ ਮਾਧਿਅਮ ਜ਼ਰੂਰਤ ਪੈਂਦੀ ਹੈ। ਤਾਂ ਜੇਕਰ ਆਪਾਂ ਗੱਲ ਕਰੀਏ ਰੇਡੀਏਸ਼ਨ ਦੀ ਤਾਂ ਰੇਡੀਏਸ਼ਨ ਦੇ ਅੰਦਰ ਕਿਸੇ ਵੀ ਮਾਧਿਅਮ ਦੀ ਜ਼ਰੂਰਤ ਨਹੀਂ ਪੈਂਦੀ, ਠੀਕ ਹੈ ਜੀ। ਬਿਨਾਂ ਕਿਸੇ ਮਾਧਿਅਮ ਤੋਂ ਜਿਹੜਾ ਰੇਡੀਏਸ਼ਨ ਹੈ ਉਹ ਮੂਵ ਕਰ ਜਾਂਦੀ ਹੈ, ਠੀਕ ਹੈ ਵਿਦਿਆਰਥੀਓ। ਤਾਂ ਵੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਇੱਥੇ ਸੋਲਿਡ ਦੇ ਅੰਦਰ ਕੰਡਕਸ਼ਨ ਹੋ ਰਹੀ ਹੈ ਕਿਉਂਕਿ ਹੀਟ ਆਫ ਟਰਾਂਸਫਰ ਹੋ ਰਹੀ ਹੈ, ਅਤੇ ਇੱਥੇ ਕਨਵੈਂਸ਼ਨ ਦੇ ਅੰਦਰ ਵੀ ਜਿਹੜੇ ਮੋਲੀਕਿਊਲਸ ਨੇ ਉੱਤੇ ਜਾ ਕੇ ਹੀਟ ਨੂੰ ਟਰਾਂਸਫਰ ਕਰ ਰਹੇ ਨੇ। ਅਤੇ ਰੇਡੀਏਸ਼ਨ ਦੇ ਅੰਦਰ ਕੀ ਹੈ ਬਿਨਾਂ ਕਿਸੇ ਮਾਧਿਅਮ ਤੋਂ ਜਿਹੜਾ ਆਪਾਂ ਹੀਟ ਹੈ ਉਹ ਟਰਾਂਸਫਰ ਹੋ ਰਹੀ ਹੈ। ਕੁਐਸਚਨ ਨੰਬਰ 22 ਤਾਪਮਾਨ ਦੀ SI ਇਕਾਈ ਹੈ। ਤਾਂ ਬਹੁਤ ਹੀ ਆਸਾਨ ਕੁਐਸਚਨ ਹੈ ਵਿਦਿਆਰਥੀਓ, ਇਸ ਦਾ ਕੀ ਆਨਸਰ ਹੈ ਜੀ ਆਪਸ਼ਨ ਸੀ ਕੈਲਵਿਨ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 23 ਤੇ। 0 ਡਿਗਰੀ ਸੈਲਸੀਅਸ ਨੂੰ ਫਾਰਨਾਈਟ ਵਿੱਚ ਬਦਲੋ। ਤਾਂ ਵੇਖੋ ਵਿਦਿਆਰਥੀਓ ਆਪਣਾ ਫਾਰਮੂਲਾ C-0/100 ਬਰਾਬਰ F-32/180। ਅਤੇ ਹੁਣ ਆਪਾਂ ਕੀ ਕਰਾਂਗੇ C ਦੀ ਥਾਂ 'ਤੇ ਵੈਲਿਊ ਪੁੱਟ ਕਰਾਂਗੇ 0। ਤਾਂ ਇੱਧਰ ਕੀ ਬਣ ਗਿਆ ਜੀ 0, ਠੀਕ ਹੈ ਜੀ। ਅਤੇ ਇੱਧਰ ਕੀ ਹੋ ਗਿਆ ਜੀ F-32। ਤਾਂ F ਦੀ ਵੈਲਿਊ ਕੀ ਆ ਗਈ ਜੀ, ਕਿਉਂਕਿ 180 ਵੀ ਇੱਧਰ ਆ ਕੇ 0 ਹੋ ਜਾਏਗਾ ਤਾਂ F ਕਿੰਨਾ ਆਇਆ ਜੀ 32 ਡਿਗਰੀ ਫਾਰਨਾਈਟ। ਤਾਂ ਆਪਣਾ ਆਨਸਰ ਕੀ ਹੋਇਆ ਜੀ ਆਪਸ਼ਨ ਬੀ 32 ਡਿਗਰੀ ਫਾਰਨਾਈਟ। ਹੁਣ ਆਪਾਂ ਚੱਲਦੇ ਹਾਂ ਜੀ ਕੁਐਸਚਨ ਨੰਬਰ 24 ਤੇ। 300 ਕੈਲਵਿਨ ਹੈ ਬਰਾਬਰ ਕਿਸ ਦੇ, ਆਪਾਂ ਨੂੰ ਸਾਰੀ ਵੈਲਿਊ ਸੈਲਸੀਅਸ ਦੇ ਅੰਦਰ ਦਿੱਤੀ ਹੈ ਅਤੇ ਆਪਾਂ ਫਾਰਮੂਲਾ ਪੁੱਟ ਕਰਾਂਗੇ ਜੀ C/100 ਬਰਾਬਰ K-273/100, ਠੀਕ ਹੈ ਵਿਦਿਆਰਥੀਓ। 100 ਨਾਲ 100 ਕੱਟਿਆ ਗਿਆ ਅਤੇ ਆਪਾਂ ਹੁਣ ਕੀ ਕਰਾਂਗੇ C ਬਰਾਬਰ K ਦੀ ਵੈਲਿਊ ਕਿੰਨੀ ਗਿਵਨ ਆਪਾਂ ਨੂੰ 300 - 273 ਅਤੇ ਆਪਣਾ ਆਨਸਰ ਕੀ ਹੈ ਵਿਦਿਆਰਥੀਓ ਫਿਰ C ਬਰਾਬਰ ਜੇਕਰ ਆਪਾਂ ਮਾਈਨਸ ਕਰਾਂਗੇ ਤਾਂ ਕਿੰਨਾ ਆਏਗਾ ਜੀ 7
ਤੇ 2 27 ਡਿਗਰੀ ਸੈਲਸੀਅਸ। ਤਾਂ ਇਸ ਦਾ ਕੀ ਆਨਸਰ ਹੈ ਵਿਦਿਆਰਥੀਓ? ਆਪਸ਼ਨ ਬੀ 27 ਡਿਗਰੀ ਸੈਲਸੀਅਸ। ਹੁਣ ਆਪਾਂ ਚੱਲਦੇ ਹਾਂ ਵਿਦਿਆਰਥੀਓ ਅੱਜ ਦੀ ਵੀਡੀਓ ਦੇ ਸਭ ਤੋਂ ਲਾਸਟ ਕੁਐਸਚਨ 'ਤੇ। ਤਾਂ ਵਿਦਿਆਰਥੀਓ ਜੇਕਰ ਤੁਹਾਨੂੰ ਲੱਗਿਆ ਵੀਡੀਓ ਤੁਹਾਡੇ ਲਈ ਯੂਜ਼ਫੁਲ ਹੋਈ ਹੈ ਤਾਂ ਵਿਦਿਆਰਥੀਓ ਇਸ ਨੂੰ ਇੱਕ ਵਾਰੀ ਲਾਈਕ ਕਰ ਦਿਓ। ਕੁਐਸਚਨ ਨੰਬਰ 25, ਕਿਸ ਪ੍ਰਕਿਰਿਆ ਦੌਰਾਨ ਤਾਪ ਦੇ ਸਥਾਨਾਂਤਰਨ ਲਈ ਮਾਧਿਅਮ ਦੀ ਜ਼ਰੂਰਤ ਨਹੀਂ ਪੈਂਦੀ? ਆਪਸ਼ਨ ਏ ਹੈ ਜੀ ਕੰਡਕਸ਼ਨ, ਆਪਸ਼ਨ ਬੀ ਹੈ ਜੀ ਰੇਡੀਏਸ਼ਨ, ਆਪਸ਼ਨ ਸੀ ਹੈ ਜੀ ਕਨਵੈਂਸ਼ਨ ਅਤੇ ਆਪਸ਼ਨ ਡੀ ਹੈ ਜੀ ਆਲ ਆਫ ਦਾ ਅਬਵ ਜਾਂ ਉਪਰੋਕਤ ਸਾਰੇ। ਤਾਂ ਇਸ ਦਾ ਸਹੀ ਆਨਸਰ ਹੈ ਵਿਦਿਆਰਥੀਓ ਆਪਸ਼ਨ ਬੀ ਰੇਡੀਏਸ਼ਨ। ਅਤੇ ਵਿਦਿਆਰਥੀਓ ਹੁਣ ਆਪਾਂ ਚੱਲਦੇ ਹਾਂ ਉਸ ਕੁਐਸਚਨ 'ਤੇ ਜਿਸ ਦਾ ਆਨਸਰ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਦੇਣਾ ਹੈ। ਜਦੋਂ ਕਿਸੇ ਵਸਤੂ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਉਸ ਦੇ ਅਣੂਆਂ 'ਤੇ ਕੀ ਅਸਰ ਪੈਂਦਾ ਹੈ? ਆਪਸ਼ਨ ਏ ਊਰਜਾ ਖੋ ਬੈਠਦੇ ਹਨ, ਆਪਸ਼ਨ ਬੀ ਭਾਰੀ ਹੋ ਜਾਂਦੇ ਹਨ, ਆਪਸ਼ਨ ਸੀ ਤੇਜ਼ੀ ਨਾਲ ਗਤੀ ਕਰਦੇ ਹਨ ਅਤੇ ਆਪਸ਼ਨ ਡੀ ਹਲਕੇ ਹੋ ਜਾਂਦੇ ਨੇ। ਤਾਂ ਵਿਦਿਆਰਥੀਓ ਇਸ ਕੁਐਸਚਨ ਦਾ ਆਨਸਰ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਦੇਣਾ ਹੈ। ਅਤੇ ਵਿਦਿਆਰਥੀਓ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਬਣੇ ਰਹੋ ਕਿਉਂਕਿ ਆਪਣੇ ਚੈਨਲ ਦੇ ਉੱਤੇ ਜਿਹੜੇ ਫਰੀ ਦੇ ਅੰਦਰ ਲੈਕਚਰ ਪ੍ਰੋਵਾਈਡ ਕੀਤੇ ਜਾ ਰਹੇ ਨੇ। ਅਤੇ ਵਿਦਿਆਰਥੀਓ ਅੱਜ ਦੀ ਵੀਡੀਓ ਵੇਖਣ ਲਈ ਬੱਚਿਓ ਤੁਹਾਡਾ ਧੰਨਵਾਦ।